ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਜਪਾਈ ਸਾਜ਼ਿਸ਼। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਰਪੋਰੇਟਾਂ ਲਈ ਲਿਖੀ ਕਿਸਾਨ ਮਾਰੂ ਗੁਪਤ ਚਿੱਠੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਤੇ ਹਰਿਆਣੇ ਦੇ ਵਿੱਚ ਅੱਜ ਝੋਨੇ ਦੀ ਫਸਲ ਦੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਫਸਲ ਦੀ ਖਰੀਦ ਦੇ ਵਿੱਚ ਅੜਿੱਕਾ ਲਗਾਉਂਦਿਆਂ 11 ਅਕਤੂਬਰ ਤੋਂ ਖਰੀਦ ਸ਼ੁਰੂ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਸੀ, ਪਰ ਕਿਸਾਨਾਂ ਦੇ ਰੋਹ ਅੱਗੇ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਦਿਆਂ ਅੱਜ 3 ਅਕਤੂਬਰ ਤੋਂ ਜਿਹੜਾ ਫਸਲ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਖਰੀਦ ਸ਼ੁਰੂ ਕਰਵਾਈ ਗਈ ਹੈ। ਅਸੀਂ ਜਾਣਨਾ ਚਾਹਾਂਗੇ ਕੇਂਦਰ ਸਰਕਾਰ ਵੱਲੋਂ ਇਸ ਖਰੀਦ ਨੂੰ 10 ਦਿਨ ਅੱਗੇ ਕਿਉਂ ਪਾਇਆ ਗਿਆ ਤੇ ਮੁੜ ਜਿਹੜਾ ਆਪਣਾ ਫੈਸਲਾ ਵਾਪਸ ਲਿੱਤਾ, ਇਸ ਪਿੱਛੇ ਕੀ ਕਾਰਨ ਨੇ? ਦੇਖੋ, ਪੰਜਾਬ ਦੇ ਵਿੱਚ ਸਾਉਣੀ ਦੀ ਜਿਹੜੀ ਮੁੱਖ ਫਸਲ ਹੈ ਜੀਰੀ ਦੀ, ਉਹ ਮੰਡੀਆਂ 'ਚ ਅੱਜ ਪਹੁੰਚਣੀ ਸ਼ੁਰੂ ਹੋ ਗਈ ਹੈ। ਔਰ ਖ਼ਾਸ ਕਰਕੇ ਜਿਹੜੀ ਦੁਆਬਾ ਦੀ ਬੈਲਟ ਹੈ ਔਰ ਮਾਝੇ ਦੀ ਹੈ, ਉੱਥੇ ਅਗੇਤੀਆਂ ਕਿਸਮਾਂ ਆ ਜਾਂਦੀਆਂ ਨੇ, ਇਸ ਕਰਕੇ ਉਹਨਾਂ ਦੀਆਂ ਮੰਡੀਆਂ 'ਚ ਜ਼ਿਆਦਾ ਫਸਲ ਹੈ ਜਿਹੜੀ ਪਿਛਲੇ 2-3 ਦਿਨਾਂ ਤੋਂ ਆ ਰਹੀ ਹੈ। ਔਰ ਅੱਜ ਝੋਨੇ ਦੀ ਜਿਹੜੀ ਫਸਲ ਦੀ ਜਿਹੜੀ ਰਸਮੀ ਸ਼ੁਰੂਆਤ ਹੈ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਖਰੜ ਦੀ ਮੰਡੀ ਤੋਂ ਕੀਤੀ ਹੈ। ਔਰ ਜਿਹੜੇ ਖੁਰਾਕ ਤੇ ਸਪਲਾਈ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਨੇ ਖੰਨਾ ਦੀ ਮੰਡੀ ਤੋਂ ਇਹ ਜਿਹੜੀ ਮਹੂਰਤ ਹੈ ਝੋਨੇ ਦਾ ਖਰੀਦ ਦਾ ਉਹ ਸ਼ੁਰੂ ਕੀਤਾ ਹੈਗਾ ਜੀ। ਇਸੇ ਦੌਰਾਨ ਹੀ ਇਹ ਕਿਉਂਕਿ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਹੈ, ਇਹਦੇ ਕਾਰਜਕਾਲ ਦੀ ਜਿਹੜੀ ਇਹ ਆਖਰੀ ਫਸਲ ਹੈ ਉਹਦੀ ਖਰੀਦ ਹੈ, ਇਸ ਕਰਕੇ ਇਹ ਕਾਫੀ ਅਹਿਮ ਹੈ ਜਿਹੜੀ ਉਹ ਮੰਨੀ ਜਾਂਦੀ ਹੈ ਜੀ। ਤਾਂ ਇਸ ਆਉਂਦੇ ਦਿਨਾਂ ਦੇ ਵਿੱਚ ਖਰੀਦ ਦੇ ਦੌਰਾਨ ਜਿਹੜੀ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਜਿਹੜਾ ਖਰੀਦ ਦਾ ਕੰਮ ਹੈ ਉਹ ਠੀਕ ਤਰੀਕੇ ਨਾਲ ਨਿਪਟ ਜਾਏ ਜੀ, ਔਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਿਧਰੇ ਵੀ ਖੱਜਲ ਨਾ ਹੋਣਾ ਪਵੇ। ਜਿਸ ਤਰ੍ਹਾਂ ਮੁੱਖ ਮੰਤਰੀ ਨੇ ਅੱਜ ਅਪੀਲ ਵੀ ਕੀਤੀ ਹੈ ਕਿ ਕਿਸਾਨ ਮੰਡੀਆਂ 'ਚ ਝੋਨਾ ਜਿਹੜਾ ਸੁੱਕਾ ਲੈ ਕੇ ਆਉਣ ਔਰ ਉਹਨਾਂ ਦਾ ਜਿਹੜਾ ਦਾਣਾ ਖਰੀਦ ਕੀਤਾ ਜਾਏਗਾ ਜੀ। ਤਾਂ ਇਸੇ ਤਰ੍ਹਾਂ ਹੀ ਜਿਹੜੀਆਂ ਵਿਰੋਧੀ ਧਿਰਾਂ ਨੇ ਪੰਜਾਬ ਦੀਆਂ, ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ, ਉਹਨਾਂ ਦੀ ਵੀ ਜਿਹੜੀ ਨਿਗਾਹ ਇਸ ਵਾਰ ਉਹ ਖਰੀਦ ਕੇਂਦਰਾਂ 'ਤੇ ਰਹੇਗੀ। ਉਹ ਖਰੀਦ ਕੇਂਦਰਾਂ ਦੇ ਵਿੱਚ ਜਿਹੜੇ ਗੇੜੇ ਹੈ ਕਿ ਲੀਡਰਾਂ ਦੇ, ਕਿਉਂਕਿ ਆਖਰੀ ਚੋਣਾਂ ਅੱਗੇ 5-6 ਮਹੀਨੇ ਰਹਿ ਗਏ ਨੇ ਜੀ, ਤਾਂ ਸਿਆਸੀ ਧਿਰਾਂ ਵੀ ਮੰਡੀਆਂ ਦੇ ਵਿੱਚ ਇਸ ਵਾਰ ਸਾਨੂੰ ਕਿਸਾਨਾਂ ਦੇ ਨਾਲ ਦਿਖਣਗੀਆਂ। ਜਿੱਥੋਂ ਤੱਕ ਭਾਰਤ ਸਰਕਾਰ ਦਾ ਸਵਾਲ ਹੈ, ਉਹਨਾਂ ਨੇ ਤਾਂ ਜਿਹੜੀ ਪਹਿਲਾਂ ਹੀ ਆਪਣੀ ਜਿਹੜੀ ਨੀਅਤ ਹੈ ਜਾਂ ਆਪਣੀ ਨੀਤੀ ਹੈ ਕਿਸਾਨਾਂ ਪ੍ਰਤੀ, ਉਹ ਫਸਲ ਦੇ ਸ਼ੁਰੂ ਕਰਨ ਤੋਂ ਹੀ ਦਿਖਾ ਦਿੱਤੀ ਹੈ। ਭਾਰਤੀ ਖੁਰਾਕ ਨਿਗਮ ਨੇ 30 ਸਤੰਬਰ ਨੂੰ ਇੱਕ ਪੱਤਰ ਜਾਰੀ ਕੀਤਾ, ਜਿਹਦੇ ਵਿੱਚ ਕਿਹਾ ਕਿ ਅਸੀਂ ਇਸ ਵਾਰ ਹੈ ਜਿਹੜੀ ਝੋਨੇ ਦੀ ਖਰੀਦ ਪੰਜਾਬ ਤੇ ਹਰਿਆਣਾ ਦੇ ਵਿੱਚ ਉਹ 1 ਅਕਤੂਬਰ ਤੋਂ ਨਹੀਂ ਕਰਾਂਗੇ, ਉਹ 11 ਅਕਤੂਬਰ ਤੋਂ ਸ਼ੁਰੂ ਕੀਤੀ ਜਾਏਗੀ। ਤਕਰੀਬਨ ਇਹ ਖਰੀਦ ਦਾ ਕੰਮ ਹੈ ਜਿਹੜਾ 10 ਦਿਨਾਂ ਲਈ ਸਾਡੀ ਭਾਰਤ ਸਰਕਾਰ ਨੇ ਇੱਕ ਵਾਰ ਟਾਲ ਦਿੱਤਾ ਸੀਗਾ। ਉਸ ਦਾ ਬਹਾਨਾ ਆਤਿਸ਼ ਕੋਈ ਬਣਾਇਆ ਗਿਆ ਸੀਗਾ ਕਿ ਜਿਹੜੀ ਜੀਰੀ ਦੀ ਫਸਲ ਮੰਡੀਆਂ ਦੇ ਵਿੱਚ ਆਏਗੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੇਮੌਸਮਾ ਜਿਹੜਾ ਮੀਂਹ ਪਿਆ ਹੈ, ਉਹਦਾ ਕਰਕੇ ਮੋਇਸਚਰ ਹੈ ਜਿਹੜਾ ਫਸਲ ਦੇ ਵਿੱਚ ਜਾਂ ਸਿੱਲ ਕਹਿ ਲਈਏ ਉਹ ਜ਼ਿਆਦਾ ਹੋਏਗੀ ਅਤੇ ਉਹ ਕੇਂਦਰ ਸਰਕਾਰ ਹੈ ਜਿਹੜੀ ਖਰੀਦਣ ਤੋਂ ਅਸਮਰਥ ਹੋਏਗੀ। ਇਹ ਬਹਾਨਾ ਲਾ ਕੇ ਕਿਹਾ ਗਿਆ ਕਿ ਅਸੀਂ 10 ਦਿਨ ਫਸਲ ਜਿਹੜੀ ਖਰੀਦ ਹੈ ਉਹ ਲੇਟ ਸ਼ੁਰੂ ਕਰਾਂਗੇ ਜੀ। ਦੇਖਣ ਨੂੰ ਤਾਂ ਸਾਨੂੰ ਇਹੀ ਲੱਗਦਾ ਹੈ, ਕਿਉਂਕਿ ਜਿਹੜੀਆਂ ਹਕੂਮਤਾਂ ਨੇ, ਚਾਹੇ ਉਹ ਕਿਸੇ ਸਟੇਟ ਦੀ ਹੋਵੇ ਚਾਹੇ ਸਾਡੀ ਭਾਰਤ ਸਰਕਾਰ ਹੋਵੇ, ਦੇਖਣ ਨੂੰ ਜਦੋਂ ਵੀ ਕੋਈ ਪਾਲਿਸੀ ਬਣਦੀ ਹੈ, ਕੋਈ ਪ੍ਰੋਗਰਾਮ ਲਾਂਚ ਕੀਤਾ ਜਾਂਦਾ ਹੈਗਾ, ਤਾਂ ਉਹਦੇ ਵਿੱਚ ਬਾਹਰੀ ਤੌਰ 'ਤੇ ਜਿਹੜੀ ਦਿੱਖ ਦਿਖਾਈ ਜਾਂਦੀ ਹੈ ਉਹ ਲੋਕ ਪੱਖੀ ਦਿਖਾਈ ਜਾਂਦੀ ਹੈ ਜਾਂ ਕਿਸਾਨ ਪੱਖੀ ਦਿਖਾਈ ਜਾਂਦੀ ਹੈ, ਪਰ ਉਹਦੇ ਅੰਦਰ ਹੈ ਜਿਹੜਾ ਕੁਛ ਹੋਰ ਹੀ ਰਿਜ਼ ਰਿਹਾ ਹੁੰਦਾ ਹੈ। ਕਿਉਂਕਿ ਪੰਜਾਬ ਨੇ ਜਿਹੜੀ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਅੰਦੋਲਨ ਦੀ ਮੋਹੜੀ ਗੱਡੀ ਸੀ, ਪੰਜਾਬ 'ਚੋਂ ਗੱਡੀ ਗਈ ਸੀ, ਜਿਹੜਾ ਹੁਣ ਸਾਰੇ ਦੇਸ਼ ਭਰ ਦੇ ਵਿੱਚ ਈਵਨ ਵਿਦੇਸ਼ਾਂ ਤੱਕ ਜਿਹੜਾ ਫੈਲ ਚੁੱਕਿਆ। ਇਸ ਕਰਕੇ ਭਾਰਤ ਦਾ, ਖਾਸ ਕਰਕੇ ਪੰਜਾਬ ਔਰ ਹਰਿਆਣਾ ਦਾ ਜਿਹੜਾ ਕਿਸਾਨ ਹੈ, ਉਹ ਸਾਡੀ ਭਾਰਤ ਸਰਕਾਰ ਦੀਆਂ ਅੱਖਾਂ ਦੇ ਵਿੱਚ ਕਾਫੀ ਰੜਕ ਰਿਹਾ ਹੈ। ਉਹਨਾਂ ਨੂੰ ਲੱਗਦਾ ਕਿ 2 ਕਾਰਨ ਹੈ, ਇੱਕ ਤਾਂ ਅੱਗੇ ਚੋਣਾਂ ਕਰਕੇ ਹੈ, ਦੂਸਰਾ ਇਹ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜਾ ਖੱਜਲ ਕੀਤਾ ਜਾਵੇ, ਤਾਂ ਕਿ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ, ਇਹਨਾਂ ਨੂੰ ਦਿਖਾਇਆ ਜਾਵੇ ਕਿ ਜਿਹੜੀ ਸਾਡੀ ਹਕੂਮਤ ਦੀ ਤਾਕਤ ਹੈ ਉਹ ਕਿਸ ਹੱਦ ਤੱਕ ਹੁੰਦੀ ਹੈ। ਤਾਂ ਉਹਦਾ ਇੱਕ ਰੀਜ਼ਨ ਇੱਕ ਤਾਂ ਇਹ ਸੀ ਕਿ ਕਿਸਾਨਾਂ ਨੂੰ ਖੱਜਲ ਕਰਨਾ। ਦੂਸਰਾ ਰੀਜ਼ਨ ਇਸ ਨੂੰ 10 ਦਿਨ ਅੱਗੇ ਪਾਉਣ ਦਾ ਇਹ ਮੁੱਖ ਕਾਰਨ ਰਿਹਾ ਕਿ ਜਿਹੜੇ ਕਿਸਾਨ ਹੈ
ਜਦੋਂ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਉਣਗੇ ਔਰ ਖੱਜਲ ਹੋਣਗੇ ਔਰ ਜਿਹੜੀ ਖਰੀਦ ਹੈ ਉਹ 11 ਅਕਤੂਬਰ ਤੋਂ ਸ਼ੁਰੂ ਹੋਏਗੀ, ਤਾਂ ਉਹਦੇ ਨਾਲ ਇੱਕ ਪ੍ਰਾਈਵੇਟ ਅਦਾਰਿਆਂ ਨੂੰ ਜਾਂ ਕਾਰਪੋਰੇਟਸ ਨੂੰ ਉਹ ਫਸਲ ਹੈ ਜਿਹੜਾ ਮਿੱਟੀ ਦੇ ਭਾਅ ਜਾਂ MSP ਤੋਂ ਘੱਟ ਖਰੀਦਣ ਦਾ ਇੱਕ ਮੌਕਾ ਮਿਲ ਜਾਏਗਾ। ਜੀ ਅਲਟੀਮੇਟਲੀ ਇਹ ਕਾਰਪੋਰੇਟਸ ਨਾਲ ਜੁੜੀ ਹੋਈ ਗੱਲ ਸੀ, ਉਹਨਾਂ ਨੂੰ ਮੌਕਾ ਦੇਣ ਦੀ ਗੱਲ ਸੀ, ਜਾਂ ਆਪਾਂ ਕਹਿ ਲਈਏ ਕਿ MSP ਤੋਂ ਹੱਥ ਹੈ ਜਿਹੜਾ ਪਿਛਾਂਹ ਖਿੱਚਣ ਦੀ ਗੱਲ ਸੀ। ਇਹ ਮੁੱਖ ਵਜ੍ਹਾ ਸੀ। ਪਰ ਜਦੋਂ ਹੀ ਇਹ ਚਿੱਠੀ ਪੰਜਾਬ ਦੇ ਵਿੱਚ ਪੁੱਜੀ ਜਾਂ ਹਰਿਆਣਾ 'ਚ ਪਹੁੰਚੀ, ਤਾਂ ਸਭ ਤੋਂ ਪਹਿਲਾਂ ਜਿਹੜੀ ਸਾਡੇ ਮੁੱਖ ਮੰਤਰੀ ਚਰਨਜੀਤ ਚੰਨੀ ਹੈ, ਉਹ ਫੌਰੀ ਤੌਰ 'ਤੇ ਪ੍ਰਧਾਨ ਮੰਤਰੀ ਦੇ ਦਰਬਾਰ 'ਚ ਗਏ। ਉਹਨਾਂ ਨੇ ਰਸਮੀ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਨੇ ਮੰਗ ਕੀਤੀ ਕਿ ਸਾਡਾ ਜਿਹੜਾ ਝੋਨੇ ਦੀ ਖਰੀਦ ਉਹ 1 ਅਕਤੂਬਰ ਤੋਂ ਹੀ ਕੀਤੀ ਜਾਵੇ। ਅਤੇ ਇਸੇ ਦੌਰਾਨ ਹੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਹੈ, ਜਿਹੜਾ ਉਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ, ਉਹਨਾਂ ਨੇ ਵੀ ਝੋਨੇ ਦੀ ਟਰਾਲੀ ਭਰ ਕੇ ਲੈ ਕੇ ਆਏ, FCI ਦੇ ਦਫ਼ਤਰ ਅੱਗੇ ਲੈ ਕੇ ਆਏ। ਉਹ ਇਹ ਦਿਖਾਉਣ ਲਈ ਕਿ ਸਾਡੀ ਨਵੀਂ ਹੈ ਇਹਦੇ ਵਿੱਚ ਉਹ ਇੱਕ ਨਿਸ਼ਚਿਤ ਜਿਹੜੇ ਮਾਪਦੰਡ ਹੈ ਉਹਨਾਂ 'ਤੇ ਖਰੀ ਉਤਰਦੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਆਪਣੀ ਜਿਹੜੇ ਬਿਆਨ ਦਾਗੇ, ਔਰ ਸਭ ਤੋਂ ਵੱਡਾ ਜਿਹੜਾ ਹਲੂਣਾ ਦਿੱਤਾ ਭਾਰਤ ਸਰਕਾਰ ਨੂੰ, ਉਹ ਸੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਜਿਹੜਾ ਆਪਣੇ ਰੋਹ ਦਾ ਵਿਖਾਵਾ ਕੀਤਾ। ਜਦੋਂ ਹੀ ਪਤਾ ਲੱਗਿਆ ਕਿ ਖਰੀਦ ਹੈ ਜਿਹੜੀ 10 ਦਿਨ ਡਿਲੇ ਕਰ ਦਿੱਤੀ ਹੈ, ਤਾਂ ਸਭ ਤੋਂ ਵੱਡਾ ਜਿਹੜਾ ਉਬਾਲ ਹੈ ਕਿਸਾਨਾਂ ਨੂੰ, ਉਹ ਪੰਜਾਬ ਅਤੇ ਹਰਿਆਣਾ ਵਿੱਚ ਦੇਖਣ ਨੂੰ ਮਿਲਿਆ, ਕਿਉਂਕਿ ਦੋਨਾਂ ਸਟੇਟਾਂ ਨੂੰ ਮੁੱਖ ਮੁੱਦਾ ਬਣਾਇਆ ਗਿਆ ਸੀ ਇਹਦੇ ਵਿੱਚ ਡਿਲੇ ਕਰਨ ਦਾ। ਤਾਂ ਪੰਜਾਬ ਦੇ ਵਿੱਚ ਵੀ ਔਰ ਹਰਿਆਣਾ ਦੇ ਵਿੱਚ ਵੀ ਜਿਹੜੇ ਵਿਧਾਇਕ ਹੈ ਜਾਂ ਮੰਤਰੀ ਹੈ, ਉਹਨਾਂ ਦੇ ਘਰਾਂ ਦਾ ਘਿਰਾਓ ਕੀਤਾ। ਮਨੋਹਰ ਲਾਲ ਖੱਟਰ ਦੇ ਘਰ ਦਾ ਜਿਹੜਾ ਘਿਰਾਓ ਕੀਤਾ ਗਿਆ। ਤਾਂ ਜਦੋਂ ਦੇਖਿਆ ਕਿ ਸੈਂਟਰ ਸਰਕਾਰ ਨੂੰ ਲੱਗਿਆ ਕਿ ਇਹ ਗੱਲ ਹੈ ਜਿਹੜੀ ਪੁੱਠੀ ਪੈ ਸਕਦੀ ਹੈ ਔਰ ਸਾਨੂੰ ਫਸਲ ਹੈ ਜਿਹੜੀ ਉਹ ਦੇਰ ਸਵੇਰ ਹੈ ਜਿਹੜੀ ਉਹ ਖਰੀਦਣੀ ਪਏਗੀ, ਤਾਂ ਉਹਨਾਂ ਨੂੰ ਇਹ ਮਜ਼ਦੂਰ ਕਿਸਾਨਾਂ ਦਾ ਰੋਹ ਦੇਖਦੇ ਹੋਏ ਫੈਸਲਾ ਜਿਹੜਾ ਉਹ ਵਾਪਸ ਲੈਣਾ ਪਿਆ ਔਰ ਫੌਰੀ ਕਿਹਾ ਗਿਆ ਕਿ 3 ਤਰੀਕ ਤੋਂ ਜਿਹੜੀ ਫਸਲ ਹੈ ਅਸੀਂ ਪਰਚੇਜ਼ ਕਰਾਂਗੇ। ਤਾਂ ਹੁਣ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਟੀਚਾ ਮਿੱਥਿਆ ਗਿਆ ਪੰਜਾਬ ਸਰਕਾਰ ਵੱਲੋਂ, ਉਹ ਹੈਗਾ 191 ਲੱਖ ਮੀਟ੍ਰਿਕ ਟਨ ਦਾ, ਔਰ ਕੇਂਦਰ ਸਰਕਾਰ ਨੇ ਇੱਕ ਹੋਰ ਜਿਹੜੀ ਢੁੱਚ ਹੈ ਉਹ ਲਾਈ ਹੈ ਕਿ ਅਸੀਂ ਤੁਹਾਡੇ ਕੋਲੋਂ 171 ਲੱਖ ਟਨ ਹੀ ਪਰਚੇਜ਼ ਕਰਾਂਗੇ। ਉਹਦਾ ਕਰਕੇ ਪੰਜਾਬ ਸਰਕਾਰ ਵੀ ਕਾਫੀ ਬੇਚੈਨੀ 'ਚ ਹੈ, ਫਿਕਰਮੰਦ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ 20 ਲੱਖ ਦਾ ਖੱਪਾ ਹੈ ਜਿਹੜਾ ਪੂਰਨਾ, ਅਗਰ 171 ਲੱਖ ਟਨ ਤੋਂ ਫਸਲ ਮੰਡੀਆਂ 'ਚ ਵੱਧ ਆ ਗਈ ਤਾਂ ਉਹ ਪੰਜਾਬ ਸਰਕਾਰ ਦੇ ਨੇ ਰਿਸੋਰਸਿਸ ਨਹੀਂ ਕਿ ਖਰੀਦ ਸਕੇ। ਇਸ ਕਰਕੇ ਪੰਜਾਬ ਸਰਕਾਰ ਨੇ ਵੀ ਇੰਟਰਸਟੇਟ ਨਾਕੇ ਵਗੈਰਾ ਐਤਕੀ ਪੁਲਿਸ ਦੇ ਔਰ ਮੰਡੀ ਬੋਰਡ ਦੇ ਲਗਾਏ ਨੇ। ਪਰ ਜਦੋਂ ਹੁਣ ਇਹ ਮਸਲਾ ਆਤਿਸ਼ ਸੁਲਝ ਗਿਆ ਕਿ ਅੱਜ ਜਿਹੜੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ ਫਸਲ ਦੀ ਖਰੀਦ ਦੀ, ਤਾਂ ਹੁਣ ਕ੍ਰੈਡਿਟ ਬਾਰ ਇਹਦੇ ਨਾਲ ਦੀ ਨਾਲ ਚਾਲੂ ਹੋ ਗਈ ਹੈ। ਤਾਂ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿ ਰਹੀ ਕਿ ਮੁੱਖ ਮੰਤਰੀ ਦੇ ਸਦਕਾ ਜਿਹੜੀ ਇਹ ਉਹ ਧੰਨਵਾਦ ਵੀ ਕਰ ਰਹੇ ਨੇ ਟਵੀਟ ਕਰਕੇ ਆਪਣਾ ਪ੍ਰਧਾਨ ਮੰਤਰੀ ਦਾ, ਕਿ ਉਹਨਾਂ ਦੀ ਬਦੌਲਤ ਹੈ ਜਿਹੜੀ 3 ਤਰੀਕ ਨੂੰ ਸ਼ੁਰੂ ਹੋਈ ਹੈ। ਜਿਹੜੀਆਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀਆਂ ਹੈ, ਅਤੇ ਆਮ ਆਦਮੀ ਪਾਰਟੀ ਤੇ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਹੈ, ਉਹ ਆਪਣੇ ਆਪ ਨੂੰ ਕ੍ਰੈਡਿਟ ਦੇ ਰਿਹਾ ਕਿ ਸਾਡੇ ਦਬਾਅ ਕਰਕੇ ਹੋਇਆ। ਔਰ ਜਿਹੜਾ ਜਿਸ ਅਸਲੀ ਜਿਹੜਾ ਹੱਕਦਾਰ ਹੈ ਇਸ ਕ੍ਰੈਡਿਟ ਦਾ, ਉਹ ਹੈਗਾ ਕਿਸਾਨ, ਜਿਹੜੀ ਕਿਸਾਨਾਂ ਦਾ ਇੱਕ ਹੈ, ਜਿਹਦੀ ਬਦੌਲਤ ਜਿਹੜੀ ਖਰੀਦ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ। ਹੁਣ ਆਉਣ ਵਾਲੇ ਦਿਨਾਂ 'ਚ ਜਿਹੜਾ ਤਾਂ ਪਹਿਲਾ ਹੱਲਾ ਸੀ ਸੈਂਟਰ ਗੌਰਮੈਂਟ ਦਾ, ਔਰ ਦੂਸਰਾ ਹੱਲਾ ਜਿਹੜੀਆਂ ਸਪੈਸੀਫਿਕੇਸ਼ਨ ਹੈ, ਕਿਉਂਕਿ ਬਾਰਿਸ਼ਾਂ ਪਈਆਂ ਨੇ ਕਿ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਔਰ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਕਾਫੀ ਮੁਸਤੈਦ ਹੈ ਕਿ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ। ਔਰ ਸਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਹੈ ਉਹਨਾਂ ਨੂੰ ਵੀ ਲੱਗਦਾ ਹੈ ਕਿ ਮੌਸਮ ਹੈ ਜਿਹੜਾ ਉਹ ਇਕੱਲਾ ਮੌਸਮ ਹੀ ਖਰਾਬ ਨਹੀਂ, ਬਲਕਿ ਸਿਆਸੀ ਮੌਸਮ ਹੈ ਜਿਹਦੇ ਵਿੱਚ ਫਸਲ ਹੈ ਜਿਹੜੀ ਉਹ ਛੇਤੀ ਤੋਂ ਛੇਤੀ ਘਟ ਗਈ। ਜੀ ਚਰਨਜੀਤ ਜੀ, ਫਸਲਾਂ ਦੀ ਖਰੀਦ ਨੂੰ ਲੈ ਕੇ ਕਿਸਾਨ ਜਿਹੜਾ ਬਹੁਤ ਫਿਕਰਮੰਦ ਦੇਖਿਆ ਜਾ ਰਿਹਾ। ਪਰ ਜੇਕਰ ਗੱਲ ਕਰੀਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ, ਤਾਂ ਉਹਨਾਂ ਨੇ ਇਸੇ ਦੌਰਾਨ ਜਿਹੜਾ ਹੈਗਾ ਇੱਕ ਪੱਤਰ ਲਿਖਿਆ, ਜੋ ਕਿ ਗੁਪਤ ਤੌਰ ਤੇ ਉਹਨਾਂ ਨੇ ਕੇਂਦਰ ਨੂੰ ਲਿਖਿਆ। ਉਹ ਪੱਤਰ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਲਿਖਿਆ ਹੋਇਆ ਜਾਪਦਾ ਹੈ, ਅਤੇ ਉਹ ਕਿਸਾਨਾਂ ਲਈ ਬਹੁਤ ਹੀ ਮਾਰੂ ਸਾਬਤ ਹੋ ਸਕਦਾ। ਅਸੀਂ ਜਾਣਨਾ ਚਾਹਾਂਗੇ ਇਹ ਪੱਤਰ ਦੇ ਵਿੱਚ ਉਹਨਾਂ ਨੇ ਕੀ ਲਿਖਿਆ, ਕੀ ਕੁਝ ਜ਼ਿਕਰ ਕੀਤਾ ਇਸ 'ਚ। ਦੇਖੋ, ਪਹਿਲਾਂ ਤਾਂ ਭਾਰਤ ਸਰਕਾਰ ਦਾ ਇਹੀ ਅਟੈਂਪਟ ਸੀਗੀ ਕਿ ਅਸੀਂ ਖਰੀਦ ਨੂੰ ਲੇਟ ਕਰੀਏ ਔਰ ਕਿਸਾਨ ਮੰਡੀਆਂ 'ਚ ਰੋਲਣ ਅਤੇ ਉਹ ਆਪਣਾ ਜਿਹੜਾ ਫਸਲ ਹੈ ਉਹਨੂੰ ਘੱਟ ਕੀਮਤ 'ਤੇ ਵੇਚਣ ਲਈ ਮਜਬੂਰ ਹੋਣ ਔਰ ਕਾਰਪੋਰੇਟ ਨੂੰ ਇਹ ਮੌਕਾ ਹੱਥ ਲੱਗੇ। ਔਰ ਦੂਸਰਾ ਜਿਹੜਾ ਆਤਿਸ਼ ਆਪਾਂ ਗੱਲ ਕਰ ਰਹੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ ਜਿਹੜੀ ਇੱਕ ਪੱਤਰ ਲਿਖਿਆ, ਕੌਨਫੀਡੈਂਸ਼ੀਅਲ ਪੱਤਰ ਹੈ ਜਿਹੜਾ ਉਹ ਸੈਂਟਰ ਗੌਰਮੈਂਟ ਨੂੰ ਲਿਖਿਆ ਹੈ, ਜਿਹੜੇ ਕੇਂਦਰੀ ਖੁਰਾਕ ਮੰਤਰੀ ਹੈ ਪਿਊਸ਼ ਗੋਇਲ, ਉਹਨਾਂ ਦੇ ਨਾਮ 'ਤੇ ਭੇਜਿਆ ਗਿਆ ਹੈ 30 ਸਤੰਬਰ ਨੂੰ, ਕਿਉਂਕਿ ਇਸ ਤਰ੍ਹਾਂ ਦਾ ਲੈਟਰ ਹੈ ਜਿਹੜਾ ਕਦੇ ਵੀ ਪਹਿਲਾਂ ਰਸਮੀ ਤੌਰ 'ਤੇ ਨਹੀਂ ਭੇਜਿਆ ਜਾਂਦਾ ਹੈਗਾ। ਤਾਂ ਖੱਟਰ ਹੋਰਾਂ ਨੇ ਆਪਣੇ ਪੱਤਰ ਦੇ ਵਿੱਚ ਇੱਕ ਆਫਰ ਕੀਤੀ ਹੈ ਭਾਰਤ ਸਰਕਾਰ ਨੂੰ। ਉਹਨਾਂ ਨੇ 2 ਗੱਲਾਂ ਲਿਖੀਆਂ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਝੋਨੇ 'ਚ ਨਮੀ ਦੀ ਮਾਤਰਾ 17% ਦੀ ਜਿਹੜੀ ਨਿਸ਼ਚਿਤ ਕੀਤੀ ਹੈ ਉਸ ਨੂੰ 19% ਕਰ ਦਿੱਤਾ ਜਾਵੇ।
ਇਹ ਕੁਛ ਹੱਦ ਤੱਕ ਜਾਇਜ਼ ਹੈ ਗੱਲ ਕਿ ਉਹਦੇ ਵਿੱਚ ਛੋਟ ਮਿਲਣੀ ਚਾਹੀਦੀ ਹੈ ਕਿ ਕੁਦਰਤ ਦੀ ਮਾਰ ਪਈ ਹੈ। ਦੂਸਰਾ ਜਿਹੜਾ ਮੁੱਦਾ ਉਹਨਾਂ ਨੇ ਉਠਾਇਆ ਉਹ ਕਾਫੀ ਖਤਰਨਾਕ ਹੈ। ਉਹਦੇ ਪਿੱਛੋਂ ਜਦੋਂ ਅਸੀਂ ਸਮੀਖਿਆ ਕਰਦੇ ਹਾਂ, ਉਹਨੂੰ ਪੋਲੀਟੀਕਲ ਨਜ਼ਰ ਤੋਂ ਦੇਖਦੇ ਹਾਂ ਤਾਂ ਕਾਫੀ ਕੁਝ ਸਾਡੇ ਸਮਝ ਪੈਂਦਾ ਹੈਗਾ। ਉਸ ਦੇ ਵਿੱਚ ਉਹਨਾਂ ਨੇ ਮੁੱਖ ਤੌਰ 'ਤੇ ਇੱਕੋ ਗੱਲ ਕਹੀ ਆਤਿਸ਼ ਕਿ ਅਗਰ ਕਿਸਾਨਾਂ ਦੇ ਝੋਨੇ ਦੇ ਵਿੱਚ ਨਮੀ ਦੀ ਮਾਤਰਾ 19 ਤੋਂ ਵੱਧ ਜਾਂਦੀ ਹੈ, 19 ਤੋਂ ਲੈ ਕੇ 22 ਤੱਕ ਚਲੀ ਜਾਂਦੀ ਹੈ, ਤਾਂ ਉਹਨਾਂ 'ਤੇ ਵੈਲਿਊ ਕੱਟ ਲਾ ਦਿੱਤਾ ਜਾਵੇ। ਜੇ ਆਪਾਂ ਸੌਖੇ ਲਫ਼ਜ਼ਾਂ 'ਚ ਇਹ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਇਹ ਕਿਹਾ ਕਿ ਜੇ ਮੰਨ ਲਓ ਤੁਹਾਡਾ ਫਸਲ ਦੇ ਵਿੱਚ ਨਮੀ ਦੀ ਮਾਤਰਾ 19 ਤੋਂ 20 ਹੋ ਜਾਂਦੀ ਹੈ ਤਾਂ ਤੁਹਾਡੀ ਫਸਲ ਜਿਹੜੀ MSP ਤੇ 1960 ਵਿਕਣੀ ਹੈ ਤਾਂ ਉਸ ਲਿਹਾਜ਼ ਨਾਲ 100 ਰੁਪਏ ਕੱਟ ਲਾ ਦਿਓ ਮਿਸਾਲ ਦੇ ਤੌਰ ਤੇ। ਅਗਰ ਉਹ 20 ਤੋਂ ਕ੍ਰਾਸ ਕਰ ਜਾਂਦੀ ਹੈ ਤਾਂ 200 ਰੁਪਏ ਕੱਟ ਲਾ ਦਿਓ। ਅਗਰ ਨਮੀ ਦੀ ਮਾਤਰਾ 22% ਤੱਕ ਚਲੀ ਜਾਂਦੀ ਹੈ ਤਾਂ 300 ਰੁਪਏ ਕੱਟ ਲਾ ਦਿਓ। ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਮਨੋਹਰ ਲਾਲ ਖੱਟਰ ਹੋਰਾਂ ਨੇ ਭਾਰਤ ਸਰਕਾਰ ਨੂੰ ਇਹ ਪੇਸ਼ਕਸ਼ ਕਰ ਦਿੱਤੀ ਹੈ ਕਿ ਅਸੀਂ ਜਿਹੜੀ MSP ਤੋਂ ਹੇਠਾਂ ਵੀ ਜਿਹੜੀ ਸਾਡੀ ਫਸਲ ਹੈ ਹਰਿਆਣਾ ਦੀ ਉਹ ਪਰਚੇਜ਼ ਕਰ ਲਈ ਜਾਵੇ, ਕਿਉਂਕਿ ਇਹ ਤਾਂ ਕਿਸਾਨ ਧਿਰਾਂ ਪਹਿਲੇ ਦਿਨ ਤੋਂ ਹੀ ਕਹਿ ਰਹੀਆਂ ਨੇ ਕਿ ਭਾਰਤ ਸਰਕਾਰ ਹੈ ਆਨੇ ਬਹਾਨੀ MSP ਤੋਂ ਭੱਜਣ ਲਈ ਜਿਹੜੇ ਰਾਹ ਰਸਤੇ ਹੈ ਉਹ ਕੱਢਣ 'ਤੇ ਲੱਗੀ ਹੋਈ ਹੈ। ਕਿਉਂਕਿ ਪਹਿਲਾਂ ਸਰਕਾਰਾਂ ਇਹ ਕਰਦੀਆਂ ਰਹੀਆਂ ਨੇ, ਹੁੰਦਾ ਰਿਹਾ ਕਿ ਵੈਲਿਊ ਕੱਟ ਲੱਗਦਾ ਰਿਹਾ, ਪਰ ਉਹ ਔਨ ਰਿਕਾਰਡ ਕਿਤੇ ਨਹੀਂ ਸੀ ਹੁੰਦਾ। ਕਿਉਂਕਿ ਜੇ ਇਸ ਬਹਾਨੇ ਤੁਸੀਂ ਕਰੋਗੇ ਤਾਂ ਸਾਡੇ ਜਿਹੜੇ ਪ੍ਰਾਈਵੇਟ ਪਲੇਅਰ ਹੈ ਉਹਨਾਂ ਨੂੰ ਤਾਂ ਬੜਾ ਮੌਕਾ ਹੱਥ ਲੱਗ ਜਾਏਗਾ। ਤਾਂ ਜਦੋਂ ਆਉਣ ਵਾਲੇ ਦਿਨਾਂ 'ਚ ਮੰਡੀਆਂ 'ਚ ਗਲਾਟਾ ਆਏਗਾ, ਇੱਕਦਮ ਫਸਲ ਆਏਗੀ ਤਾਂ ਕਿਸਾਨਾਂ ਲਈ ਤਾਂ ਲਾਉਣ ਲਈ ਜਗ੍ਹਾ ਨਹੀਂ ਬਚਣੀ, ਤਾਂ ਉਦੋਂ ਇਹ ਮੌਕੇ ਦਾ ਫਾਇਦਾ ਉਠਾਉਣਗੇ। ਅਗਰ ਜੇ ਤੁਸੀਂ ਭਾਰਤ ਸਰਕਾਰ ਇਸ 'ਤੇ ਗੌਰ ਕਰ ਲੈਂਦੀ ਹੈ ਔਰ ਅਲਾਓ ਕਰ ਦਿੰਦੀ ਹੈ ਤਾਂ ਉਹਦਾ ਮਤਲਬ ਤਾਂ ਸਾਫ਼ ਹੈ ਕਿ ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਲੜਾਈ ਲੜ ਰਹੇ ਨੇ ਉਹਨਾਂ 'ਤੇ ਤਾਂ ਅਸੀਂ ਉਹਨਾਂ ਵੱਲ ਤਾਂ ਅਸੀਂ ਇੱਕ ਕਦਮ ਵਧਾ ਲਿਆ ਹੈਗਾ। MSP ਤੋਂ ਹੇਠਾਂ ਜਾ ਕੇ ਅਸੀਂ ਫਸਲ ਖਰੀਦਣ ਲਈ ਤਿਆਰ ਹੋ ਗਏ, ਕਿਸਾਨ ਮਜਬੂਰੀ 'ਚ ਦੇਣ ਨੂੰ ਤਿਆਰ ਹੋ ਗਏ। ਤਾਂ ਇਸ ਕਿਸਮ ਦਾ ਜਿਹੜਾ ਇਹ ਰਸਤਾ ਅਸੀਂ ਇਹਨੂੰ ਦੇਖਦੇ ਹਾਂ ਪੋਲੀਟੀਕਲ ਐਂਗਲ ਤੋਂ ਕਿ ਜਿਹੜਾ ਇਹ ਆਫਰ ਕਰਨਾ ਬਣਦਾ ਸੀਗਾ ਕਿ ਸਾਨੂੰ ਕੁਝ ਹੋਰ ਛੋਟਾਂ ਦਿੱਤੀਆਂ ਜਾਣ, ਕਿਉਂਕਿ ਕੁਦਰਤੀ ਮਾਰ ਪਈ ਹੈਗੀ ਹੈ, ਇਹ ਕਿਸ ਦੇ ਹੱਥ ਵੱਸ ਨਹੀਂ ਹੁੰਦੀ। ਦੇਖੋ, ਮੁਲਾਜ਼ਮ ਦੀ ਤਨਖਾਹ 1 ਮਹੀਨਾ ਲੇਟ ਹੋ ਜੇ, ਸਾਰੇ ਪੰਜਾਬ ਦੇ ਜਿਹੜੇ ਮੁਲਾਜ਼ਮ ਹੈ ਸੜਕਾਂ 'ਤੇ ਆ ਜਾਂਦੇ ਨੇ ਕਿ ਸਾਡੇ ਨੂੰ ਕੱਟਣਾ ਔਖਾ ਹੈ ਜੀ, ਸਾਨੂੰ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਟਪਾਉਣੀ ਔਖੀ ਹੈ ਸਾਨੂੰ। ਉਹ ਪਰ ਕਿਸਾਨ ਹੈ ਕਿ ਇਹਦੀ ਇੱਕ ਫਸਲ ਵੀ ਜੇ ਤਬਾਹ ਹੋ ਜੇ ਤਾਂ ਉਹਦੀ ਗੱਲ ਹੈ ਜਿਹੜੀ ਪੂਰੇ ਸਾਲ 'ਤੇ ਪਿੱਛੇ ਚਲੀ ਜਾਂਦੀ ਹੈ। ਇੱਕ ਸਾਲ ਤੁਸੀਂ ਕਿੰਨਾ ਨੁਕਸਾਨ ਝੱਲਣਾ ਪੈਂਦਾ ਹੈ, ਤੁਹਾਨੂੰ ਮਾਨਸਿਕ ਪੀੜਾ ਕਿੰਨੀ ਝੱਲਣੀ ਪੈਂਦੀ ਹੈ, ਔਰ ਤੁਹਾਡੀਆਂ ਜਿਹੜੀਆਂ ਦੇਣਦਾਰੀਆਂ ਨੇ ਉਹਨਾਂ 'ਤੇ ਕਿੰਨਾ ਅੱਗੇ ਤੁਹਾਨੂੰ ਵਿਆਜ ਹੈ ਜਿਹੜਾ ਐਕਸਟਰਾ ਦੇਣਾ ਪੈਂਦਾ ਹੈ। ਕਿਉਂਕਿ ਕਿਸਾਨ ਕੋਲ ਹੋਰ ਤਾਂ ਕੋਈ ਸਾਧਨ ਨਹੀਂ, ਆਪਣੀ ਫਸਲ ਹੈ, ਜੇ ਉਹਦੀ ਫਸਲ ਮਰ ਗਈ ਤਾਂ ਕਿਵੇਂ ਜੀਵਨ ਬਸਰ ਕਰੇਗਾ। ਬਹੁਤੇ ਕਿਸਾਨ ਵਿਚਾਰੇ ਡਿਪਰੈਸ਼ਨ ਚਲੇ ਜਾਂਦੇ ਆ, ਖੁਦਕਸ਼ੀਆਂ ਦਾ ਰਾਹ ਖੁੱਲ੍ਹਦਾ ਹੈ, ਕਰਜ਼ੇ ਆ ਜਿਹੜੇ ਹੋਰ ਉਹਨਾਂ ਦੀ ਜਿਹੜੀ ਪੰਡ ਹੈ ਉਹ ਭਾਰੀ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਦੋਂ ਨਰਮੇ ਦੀ ਫਸਲ ਆਉਂਦੀ ਹੈ ਤਾਂ ਜਿਹੜੀ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਉਹਨੇ ਇੱਕ ਵਿਧਾਨ ਬਣਾਇਆ ਹੋਇਆ ਸੀ, ਹੁਣ ਤਾਂ ਮੈਨੂੰ ਪਤਾ ਨਹੀਂ ਲੇਟੈਸਟ ਕੀ ਹੈ ਉਹਨਾਂ ਦਾ, ਕੁਝ ਸਾਲ ਪਹਿਲਾਂ ਇਹ ਚੱਲਦਾ ਰਿਹਾ ਸੀ। ਉਹਨਾਂ ਨੇ ਇਹ ਕਿਹਾ ਸੀ ਕਿ ਤੁਹਾਡੀ ਸਪੋਜ਼ ਨਮੀ ਦੀ ਮਾਤਰਾ ਨਰਮੇ ਦੇ ਵਿੱਚ 8% ਹੈ, ਅਗਰ ਤੁਹਾਡੀ 9% ਹੈ ਤੁਹਾਡੇ 'ਤੇ ਵੈਲਿਊ ਘੱਟ ਲੱਗੇਗਾ ਕਿ ਤੁਹਾਡੀ MSP ਤੋਂ ਘੱਟ ਖਰੀਦੀ ਜਾਏਗੀ। ਅਗਰ ਤੁਹਾਡੀ 8% ਤੋਂ ਜਿਹੜੀ ਨਮੀ ਦੀ ਮਾਤਰਾ 6% ਰਹਿ ਜਾਂਦੀ ਹੈ ਤਾਂ ਤੁਹਾਨੂੰ ਉਹਦਾ ਬੈਨੀਫਿਟ ਵੀ ਦਿੱਤਾ ਜਾਏਗਾ। ਹੁਣ ਜੇ ਆਪਾਂ ਇਹਨੂੰ ਝੋਨੇ 'ਤੇ ਲਾਗੂ ਕਰਨਾ ਹੋਵੇ, ਤੁਸੀਂ ਕਹਿੰਦੇ ਹੋ ਕਿ 17% ਵਾਲਾ ਨਮੀ ਵਾਲਾ ਝੋਨਾ ਅਸੀਂ ਖਰੀਦ ਕਰਾਂਗੇ ਤੁਹਾਡਾ 1960 ਰੁਪਏ 'ਤੇ। ਅਗਰ ਕੋਈ ਕਿਸਾਨ 14% ਜਾਂ 15% ਨਮੀ ਵਾਲਾ ਝੋਨਾ ਲੈ ਆਉਂਦਾ ਹੈ, ਤੁਸੀਂ ਪਰਚੇਜ਼ ਕਰਦੇ ਹੋ, ਕੀ ਉਸ ਨੂੰ 1960 ਦੇ ਵਿੱਚ ਕੋਈ ਐਡੀਸ਼ਨਲ ਐਡ ਕਰੋਗੇ, ਉਹਦੀ ਪ੍ਰਾਈਸ ਦੇ ਵਿੱਚ ਵਾਧਾ ਕਰੋਗੇ? ਅਗਰ ਤੁਸੀਂ ਵੈਲਿਊ ਕੱਟ ਲਾਓਗੇ ਤਾਂ ਦੂਸਰੀ ਤਰਫ ਕਿਸਾਨਾਂ ਨੂੰ ਫਿਰ ਇਹ ਵੀ ਫਾਇਦਾ ਮਿਲਣਾ ਚਾਹੀਦਾ ਹੈ। ਬਿਲਕੁਲ, ਜਿਸ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਵਿੱਚ ਔਰ ਜਿਹੜੇ ਤਾਮਿਲਨਾਡੂ ਦੇ ਵਿੱਚ ਜਿਹੜੇ ਸਮੁੰਦਰੀ ਤੱਟ ਵਾਲੇ ਕੁਝ ਡਿਸਟ੍ਰਿਕਟ ਹੈਗੇ ਆਤਿਸ਼, ਉੱਥੇ ਸਰਕਾਰ ਥੋੜ੍ਹਾ ਰਿਲੈਕਸ ਕਰਦੀ ਹੈ ਉਹਨਾਂ ਨੂੰ ਕੁਦਰਤ ਦੇ ਬੇਸ ਬਣਾ ਕੇ। ਉਹ ਕਹਿੰਦੇ ਕਿ 2 ਤੋਂ 3% ਹੈ ਉਹਨਾਂ ਨੂੰ ਜਿਹੜੀ ਸਪੈਸੀਫਿਕੇਸ਼ਨਾਂ ਦੇ ਵਿੱਚ ਛੋਟ ਦਿੱਤੀ ਜਾਂਦੀ ਹੈ ਕਿ ਤੁਹਾਡੀ ਫਸਲ ਹੈ ਜਿਹੜੀ, ਜੇ ਬਾਕੀ ਭਾਰਤ ਦੇ ਵਿੱਚ 17% ਹੈ ਉਹਨਾਂ ਨੂੰ ਕਹਿ ਦਿੱਤਾ ਕਿ 19% ਤੱਕ ਤੁਹਾਡੀ ਅਸੀਂ MSP 'ਤੇ ਪਰਚੇਜ਼ ਕਰਾਂਗੇ। ਅਗਰ ਕੁਦਰਤ ਨੂੰ ਉਧਾਰ ਬਣਾਇਆ ਜਾਂਦਾ ਹੈਗਾ ਤਾਂ ਪੰਜਾਬ ਦੇ ਵਿੱਚ ਵੀ ਕਿਸੇ ਦੇ ਹੱਥ ਵੱਸ ਹੈ ਨਹੀਂ। ਜਿਹੜੀਆਂ ਅਨਟਾਈਮਲੀ ਬਾਰਿਸ਼ਾਂ ਹੋਈਆਂ ਨੇ ਇਹਦੇ 'ਚ ਕਿਸਾਨ ਦਾ ਕੀ ਕਸੂਰ ਹੈ? ਤਾਂ ਕਿਸਾਨ ਨੂੰ ਵੀ ਇਹ ਛੋਟ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ। ਜਾਂ ਜਿਸ ਤਰ੍ਹਾਂ ਕਾਟਨ ਦੇ ਵਿੱਚ ਕਰਦੇ ਹੋ ਤੁਸੀਂ, ਜੇ ਅਗਰ ਕਿਸਾਨ ਇਹ ਵੈਲਿਊ ਕੱਟ ਲਾਉਣਾ ਹੈ ਤਾਂ ਕਿਸਾਨਾਂ ਨੂੰ ਦੂਸਰੀ ਤਰਫ ਜੇ ਸੁੱਕੀ ਫਸਲ ਲੈ ਕੇ ਆਉਂਦਾ ਤਾਂ ਉਹਦਾ ਐਡੀਸ਼ਨਲ ਹੈ ਜਿਹੜਾ ਫਾਇਦਾ ਵੀ ਮਿਲਣਾ ਚਾਹੀਦਾ। ਪਰ ਇਹ ਸਰਕਾਰਾਂ ਜਿਹੜੀਆਂ ਉਹ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਉਹ ਲੱਭ ਲੈਂਦੀਆਂ ਨੇ, ਕਿਉਂਕਿ ਉਹਨਾਂ ਨੇ ਜਿਹੜੀਆਂ ਪਾਲਿਸੀਆਂ ਪ੍ਰੋਗਰਾਮਾਂ ਤੋਂ ਆਪਣੇ ਤੋਂ ਭੱਜਣਾ ਹੁੰਦਾ ਹੈ। ਕਿਉਂਕਿ MSP 'ਤੇ ਤਾਂ ਮਿਲਦੀ ਹੈ ਸ਼ੁਰੂ ਤੋਂ, ਪਰ ਆਪਾਂ ਆਤਿਸ਼ ਇੱਕ ਦੇਖਿਆ ਕਿ ਜਿਹੜਾ ਇਹ ਕੱਟ ਲਾਉਣ ਵਾਲੀ ਗੱਲ ਹੈ ਜਾਂ ਸਪੈਸੀਫਿਕੇਸ਼ਨ ਵਾਲੀ ਗੱਲ ਹੈ 1990 ਤੱਕ ਨਹੀਂ ਸੀ ਕਿਧਰੇ।
ਜਦੋਂ ਲਿਬਰਲਾਈਜੇਸ਼ਨ ਦੀਆਂ ਪਾਲਿਸੀਆਂ ਆਈਆਂ ਤਾਂ ਉਦੋਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ। ਉੱਪਰ ਸਪੈਸੀਫਿਕੇਸ਼ਨਾਂ ਬਣਾ ਦਿੱਤੀਆਂ ਕਿ ਤੁਹਾਡਾ ਜੇ ਝੋਨਾ ਬਦਰੰਗ ਹੋਏਗਾ ਤਾਂ ਇੰਨੇ % ਹੋਣਾ ਚਾਹੀਦਾ ਹੈ ਡਿਸਕਲਰ ਦਾ। ਡੈਮੇਜ ਦਾ ਕੱਢ ਦਿੱਤਾ, ਹੁਣ ਡੈਮੇਜ ਦਾ ਹੈ, ਮੰਨ ਲਓ ਕਿਸਾਨ ਆਪਣਾ ਝੋਨਾ ਕੱਟਦਾ ਸੁੱਕਾ ਬਿਲਕੁਲ, ਤਾਂ ਜਦੋਂ ਕੱਟੇਗਾ ਤਾਂ ਟੁੱਟ ਵੀ ਵਧੇਗੀ। ਉਹ 'ਚ ਕਿਸਾਨ ਦਾ ਕੀ ਕਸੂਰ ਹੈਗਾ? ਤੁਸੀਂ ਕਹਿੰਦੇ ਹੋ ਕਿ ਸੁੱਕਾ ਲਿਆਓ, ਸੁੱਕਾ ਲਿਆਏਗਾ ਤਾਂ ਟੁੱਟ, ਫਿਰ ਤੁਸੀਂ ਟੁੱਟ ਦਾ ਬਹਾਨਾ ਲਗਾ ਦੋਗੇ। ਫਿਰ ਤੁਸੀਂ ਸਪੈਸੀਫਿਕੇਸ਼ਨਾਂ ਪਹਿਲਾਂ ਕਹਿੰਦੇ 17, ਇਸ ਵਾਰ ਤਾਂ ਆਤਿਸ਼ ਪਹਿਲਾਂ ਗੱਲ ਚੱਲ ਰਹੀ ਸੀ ਕਿ 16 ਕਰਨ ਨੂੰ ਫਿਰਦੇ ਨੇ। ਉਹਦਾ ਮਤਲਬ ਕਿ ਕਿਸਾਨਾਂ ਨੂੰ ਉਹਦੀ ਖੇਤੀ ਦੇ ਵਿੱਚੋਂ ਕਿਵੇਂ ਨਾ ਕਿਵੇਂ ਆਊਟ ਕੀਤਾ ਜਾਵੇ, ਉਹਨੂੰ ਮਜਬੂਰ ਕੀਤਾ ਜਾਵੇ ਕਿ ਉਹ ਆਪਣੀ ਫਸਲ ਛੱਡੇ, ਤਾਂ ਕਿ ਜਿਹੜੇ ਕਾਰਪੋਰੇਟ ਹੈ ਆਪਣੇ ਪੈਰ ਹੈ ਉਹ ਕਿਸਾਨਾਂ ਦੀਆਂ ਜਾਇਦਾਦਾਂ ਵੱਲ ਵਧਾ ਸਕਣ। ਅਲਟੀਮੇਟਲੀ ਮਸਲਾ ਤਾਂ ਇੰਨਾ ਹੀ ਹੈ। ਆਉਣ ਵਾਲੇ ਟਾਈਮ 'ਚ ਅਸੀਂ ਦੇਖਾਂਗੇ ਹੁਣ ਪੰਜਾਬ ਦਾ ਜਿਹੜਾ ਆਉਣ ਵਾਲੇ ਜਿਹੜੇ 20 ਦਿਨ ਹੈ ਬੜੇ ਕਰੂਸ਼ਲ ਨੇ, ਖਾਸ ਕਰਕੇ ਜਿਹੜੇ ਅਕਤੂਬਰ ਦਾ ਮਹੀਨਾ ਹੈ ਪੂਰਾ, ਅਤੇ ਜਿੱਥੇ ਸਰਕਾਰ ਦੇ ਸਾਨੂੰ ਵਜ਼ੀਰ ਹੈ ਉਹ ਮੰਡੀਆਂ 'ਚ ਦੇਖਣ ਨੂੰ ਮਿਲਣਗੇ, ਉੱਥੇ ਕਿਸਾਨ ਧਿਰਾਂ ਵੀ ਮੁਸਤੈਦ ਹੋਣਗੀਆਂ ਕਿ ਕਿਸਾਨਾਂ ਨੂੰ ਕਿਤੇ ਰੁਲਣਾ ਨਾ ਪਵੇ, ਧਰਨੇ ਮੁਜ਼ਾਹਰੇ ਵੀ ਲੱਗ ਸਕਦੇ ਹੈ, ਔਰ ਸੈਂਟਰ ਹੈ ਉਹ ਵੀ ਆਪਣੀ ਜਿਹੜੀ ਚੂੜੀ ਹੈ ਹੋਰ ਟਾਈਟ ਕਰ ਸਕਦਾ ਹੈਗਾ, ਕਿਉਂਕਿ ਕਿਸਾਨਾਂ ਨੂੰ ਉਹਨੇ ਕਹਿਣਾ ਉਹਨਾਂ ਕੋਲ ਇੱਕ ਹੈਗਾ ਕਿ ਸਪੈਸੀਫਿਕੇਸ਼ਨਾਂ ਦੇ ਵਿੱਚ ਤੁਹਾਡੀ ਫਸਲ ਨਹੀਂ ਆਉਂਦੀ, ਤੰਗ ਪਰੇਸ਼ਾਨ ਕਰ ਸਕਦਾ ਹੈਗਾ। ਤਾਂ ਇਹਦੇ ਨਾਲ ਹੀ ਜਿਹੜੇ ਸਾਡੀਆਂ ਸਿਆਸੀ ਧਿਰਾਂ ਦੂਸਰੀਆਂ ਆਪੋਜੀਸ਼ਨ ਵਾਲੀਆਂ ਉਹ ਵੀ ਮੌਕੇ ਦਾ ਫਾਇਦਾ ਉਠਾਉਣਗੀਆਂ। ਪਰ ਪਿਛਲੇ ਦਿਨਾਂ ਤੋਂ ਆਤਿਸ਼ ਕਿਸਾਨ ਬੜੇ ਹੈਰਾਨ ਨੇ ਕਿ 4 ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ ਜਦੋਂ ਫਸਲ ਮੰਡੀਆਂ 'ਚ ਆਉਣੀ ਸੀਗੀ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਚੁੱਪ ਹੈ ਉਸ ਤੋਂ ਕਾਫੀ ਕਿਸਾਨ ਹੈ ਜਿਹੜੇ ਪਰੇਸ਼ਾਨ ਹੈ। ਆਪਾਂ ਦੇਖਿਆ ਪੋਲੀਟਿਕਸ ਦੇ ਵਿੱਚ ਪਿਛਲੇ 10-15 ਸਾਲਾਂ ਤੋਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ 2004 ਦੇ ਵਿੱਚ ਪਾਣੀਆਂ ਦੇ ਰਾਖੇ ਵਜੋਂ ਪ੍ਰਚਾਰ ਕੀਤਾ ਜਾਂਦਾ ਸੀਗਾ, ਫਿਰ ਉਸ ਤੋਂ ਬਾਅਦ ਉਸ ਨੂੰ ਕਿਸਾਨੀ ਦਾ ਰਾਖਾ ਕਿਹਾ ਜਾਂਦਾ ਸੀ ਕਿ ਅਸੀਂ ਫਸਲ ਦਾ ਦਾਣਾ ਦਾਣਾ ਖਰੀਦ ਕਰਾਂਗੇ, ਇਹ ਉਹ ਨਾਅਰਾ ਦਿੰਦੇ ਰਹੇ ਨੇ। ਪਰ ਜਦੋਂ ਤੋਂ ਆ ਪ੍ਰੋਕਿਉਰਮੈਂਟ ਦੀ ਕਿਹਾ ਕਿ 11 ਤਰੀਕ ਤੋਂ ਪਾਵਾਂਗੇ, 30 ਤਰੀਕ ਦੀ ਗੱਲ ਆਏ, 30 ਸਤੰਬਰ ਦੀ, ਕੈਪਟਨ ਅਮਰਿੰਦਰ ਸਿੰਘ ਨੇ ਕੋਈ ਟਵੀਟ ਨਹੀਂ ਕੀਤਾ, ਕੋਈ ਉਹਨਾਂ ਨੇ ਸੈਂਟਰ ਗੌਰਮੈਂਟ ਨੂੰ ਜਾਂ ਸਾਡੇ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਕੀਤੀ ਹੋਵੇ ਕਿ ਤੁਸੀਂ ਕਿਸਾਨਾਂ ਦੀ ਫਸਲ ਹੈ ਜਿਹੜੀ 1 ਅਕਤੂਬਰ ਤੋਂ ਸ਼ੁਰੂ ਕਰੋ, ਕਿਸਾਨਾਂ ਦੀ ਜਿਹੜੀ ਸਪੈਸੀਫਿਕੇਸ਼ਨ ਆ ਉਹਨਾਂ ਨੂੰ ਨਰਮ ਕਰੋ, ਉਹਨਾਂ 'ਚ ਛੋਟਾਂ ਦਿਓ। ਕਿਤੇ ਕੋਈ ਉਹਨਾਂ ਟਵੀਟ ਨਹੀਂ ਆਇਆ। ਔਰ ਕਿਸਾਨ ਇਸ ਨੂੰ ਜੋੜ ਕੇ ਦੇਖ ਰਹੇ ਨੇ ਕਿ ਪਿਛਲੇ ਦਿਨਾਂ 'ਚ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ, ਅਜੀਤ ਡੋਵਾਲ ਨੂੰ ਮਿਲ ਕੇ ਆਏ ਨੇ ਕੈਪਟਨ ਅਮਰਿੰਦਰ ਸਿੰਘ, ਅਤੇ ਚਰਚੇ ਇਹ ਵੀ ਨੇ, ਚਾਹੇ ਉਹਨਾਂ ਨੇ ਕਹਿਤਾ ਕਿ ਭਾਜਪਾ 'ਚ ਨਹੀਂ ਜਾਵਾਂਗੇ, ਕਿ ਕੋਈ ਨਵੀਂ ਪਾਰਟੀ ਖੜੀ ਕਰ ਸਕਦੇ ਨੇ, ਔਰ ਜਿਹਦੀ ਜਿਹੜੀ ਬੈਕ ਹੈ ਉਹ ਭਾਜਪਾ ਕਿਤੇ ਨਾ ਕਿਤੇ ਹੋ ਸਕਦੀ ਹੈ। ਪਰ ਇਸ ਮੁੱਦੇ 'ਤੇ ਤਾਂ ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ ਉਹ ਪਿੱਛੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਫੋਕਾ ਹਾਂ ਦਾ ਨਾਅਰਾ ਹੀ ਨਹੀਂ ਮਾਰਿਆ। ਕਿਉਂਕਿ ਪਟਿਆਲੇ ਦੇ ਨੇ, ਜਿਵੇਂ ਆਪਾਂ ਕਹਿੰਦੇ ਨੇ ਕਿ ਸਿੱਧੂ ਨੇ, ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਦੇ ਪਹਿਲਾਂ ਰਾਖੇ ਵਜੋਂ ਉੱਭਰਦੇ ਰਹੇ ਨੇ, ਅਤੇ ਇੱਕ ਦੂਸਰੇ ਸਿੱਧੂ ਨੇ ਸਾਡੇ ਕੋਲੇ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੂੰ ਪਿਛਲੇ ਟਾਈਮ ਦੇ ਵਿੱਚ ਇਹ ਕਿਹਾ ਜਾਂਦਾ ਕਿ ਉਹ ਤਾਂ ਮੁੱਦਿਆਂ ਦੇ ਬਾਦਸ਼ਾਹ ਨੇ, ਉਹ ਤਾਂ ਪੰਜਾਬ ਦੇ ਮੁੱਦਿਆਂ ਤੋਂ ਘੱਟ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ, ਕੋਈ ਕੰਪਰੋਮਾਈਜ਼ ਨਹੀਂ ਕਰਦੇ। ਅਤੇ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਮੁੱਦਾ ਹੈਗਾ ਉਹ ਕਿਸਾਨੀ ਦਾ ਹੈਗਾ, ਖੇਤੀ ਦਾ ਹੈਗਾ, ਕਿਉਂਕਿ ਸਮੁੱਚਾ ਅਰਥਚਾਰਾ ਜਿਹੜਾ ਉਹ ਖੇਤੀ 'ਤੇ ਖੜ੍ਹਾ ਹੈ। ਚਾਹੇ ਸਾਡੇ ਕਿਸਾਨੀ ਸਾਡੇ ਤਕਰੀਬਨ 42,000 ਕਰੋੜ ਰੁਪਏ ਦਾ ਜਿਹੜਾ ਝੋਨਾ ਹੈ ਉਹ ਮੰਡੀਆਂ 'ਚ ਪਰਚੇਜ਼ ਹੋਣਾ ਹੈ। ਇਹਦੇ ਨਾਲ ਸਾਡੀ ਇਕੋਨਮੀ ਦਾ ਇੱਕ ਸਰਕਲ ਚੱਲੇਗਾ। ਹਰ ਬੰਦਾ ਡਾਇਰੈਕਟਲੀ ਇਨਡਾਇਰੈਕਟਲੀ ਜਿਹੜਾ ਖੇਤੀ 'ਤੇ ਜਾਂ ਫਸਲ 'ਤੇ ਨਿਰਭਰ ਹੈ। ਸਾਡੇ ਕੋਈ ਇੱਥੇ ਕੋਈ ਐਗਰੋ ਇੰਡਸਟਰੀ ਕੋਈ ਬਹੁਤੀ ਵੱਡੀ ਤਾਂ ਹੈ ਨਹੀਂ, ਜਾਂ ਦੂਸਰੀਆਂ ਸਨਅਤਾਂ ਹੋਣ, ਖੇਤੀ 'ਤੇ ਹੀ ਨਿਰਭਰਤਾ ਹੈ। ਤਾਂ ਇਸ ਵੇਲੇ ਜਿਹੜੇ ਮੁੱਦਿਆਂ ਦੇ ਬਾਦਸ਼ਾਹ ਨਵਜੋਤ ਸਿੰਘ ਸਿੱਧੂ ਹੈ, ਉਹਨਾਂ ਦਾ ਚੁੱਪ ਕਰ ਜਾਣਾ ਉਹ ਵੀ ਜਿਹੜਾ ਕਿਸਾਨਾਂ ਨੂੰ ਜਿਹੜਾ ਕਾਫੀ ਰੜਕ ਰਿਹਾ ਹੈ। ਕਿਉਂਕਿ ਕਾਟਨ ਬੈਲਟ ਦੇ ਵਿੱਚ ਪਿਛਲੇ ਦਿਨਾਂ 'ਚ ਤਕਰੀਬਨ 2 ਹਫ਼ਤੇ ਹੋ ਗਏ, ਉੱਥੇ ਜਿਹੜੀ ਗੁਲਾਬੀ ਸੁੰਡੀ ਪਈ ਹੈ ਫਸਲ ਨੂੰ, ਲੋਕਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਨੇ, ਉੱਥੇ ਸੁਸਾਈਡ ਕਿਸਾਨਾਂ ਨੇ ਬਹੁਤ ਕੀਤੇ ਨੇ, ਪਿਛਲੇ ਦਿਨ ਖੁਦਕੁਸ਼ੀਆਂ ਕੀਤੀਆਂ ਨੇ, 5-6 ਕਿਸਾਨ ਕਰ ਗਏ ਨੇ। ਕਿਸਾਨ ਹੈ ਜਿਹੜੀ ਆਪਣੀ ਫਸਲਾਂ ਵਾਹੁਣ ਲਈ ਮਜਬੂਰ ਨੇ। ਉਹਨਾਂ ਨੂੰ ਲੱਗਦਾ ਸੀ ਕਿ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਨੇ, ਕਿਸਾਨੀ ਵੀ ਇੱਕ ਵੱਡਾ ਮੁੱਦਾ ਹੈ, ਔਰ ਕਾਟਨ ਵੀ ਇੱਕ ਵੱਡਾ ਮੁੱਦਾ ਹੈ, ਖੁਦਕੁਸ਼ੀਆਂ ਵੀ ਇੱਕ ਵੱਡਾ ਮੁੱਦਾ, ਅਤੇ ਕਰਜ਼ੇ ਵੀ ਇੱਕ ਵੱਡਾ ਮੁੱਦਾ ਹੈ। ਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਿਛਲੇ 15 ਦਿਨਾਂ ਤੋਂ ਕੋਈ ਇਹੋ ਜਿਹਾ ਟਵੀਟ ਨਹੀਂ ਕੀਤਾ ਕਿ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਭੁਗਤਦਾ ਹੋਵੇ। ਉਹਨਾਂ ਨੇ ਸਾਡੇ ਮਾਲਵੇ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਹਾਂ ਦਾ ਨਾਅਰਾ ਮਾਰਿਆ ਹੋਵੇ ਕਿ ਕਿਸਾਨ ਆਪਣੀ ਜਿਹੜੀਆਂ ਫਸਲਾਂ ਨਾ ਵਾਹੁਣ, ਜਾਂ ਉਹਨਾਂ ਨੇ ਕੇਂਦਰ 'ਤੇ ਕੋਈ ਹੱਲਾ ਬੋਲਿਆ ਹੋਵੇ, ਪੰਜਾਬ ਸਰਕਾਰ 'ਤੇ ਕੋਈ ਹੱਲਾ ਬੋਲਿਆ ਹੋਵੇ, ਜਿਸ ਤਰ੍ਹਾਂ ਦੂਸਰੇ ਬੋਲਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਅੱਜ ਵੀ ਟਵੀਟ ਕੀਤਾ ਹੈਗਾ ਕਿ ਡੀਜੀ 'ਤੇ ਜਿਹੜਾ ਹੈਗਾ ਉਹਨੂੰ ਐਡਵੋਕੇਟ ਜਨਰਲ ਨੂੰ ਜੇ ਨਹੀਂ ਬਦਲਿਆ ਤਾਂ ਅਸੀਂ ਲੋਕਾਂ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਵਾਂਗੇ। ਪਰ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਜੇ ਅਗਰ ਅਸੀਂ ਕਿਸਾਨੀ ਨੂੰ ਅਣਗੌਲਿਆ ਕਰ ਦਿੱਤਾ, ਫਿਰ ਅਸੀਂ ਕਿਹੜਾ ਮੂੰਹ ਦਿਖਾਵਾਂਗੇ ਜੇ ਕਿਸਾਨੀ ਦੇ ਮੁੱਦੇ 'ਤੇ ਅਸੀਂ ਬੋਲਣਾ ਬੰਦ ਕਰ ਦਿੱਤਾ। ਹੁਣ ਜਦੋਂ ਪ੍ਰੋਕਿਉਰਮੈਂਟ ਦੇ ਗੱਲ ਚੱਲੀ ਸੀਗੀ ਤਾਂ ਇਹ 'ਤੇ ਵੀ ਨਵਜੋਤ ਸਿੰਘ ਸਿੱਧੂ ਦਾ ਕੋਈ ਟਵੀਟ ਨਹੀਂ ਆਇਆ। ਤਾਂ ਕਿਸਾਨ ਇਸ ਗੱਲੋਂ ਹੈਰਾਨ ਵੀ ਨੇ ਔਰ ਪਰੇਸ਼ਾਨ ਵੀ ਨੇ ਕਿ ਜੇ ਉਹ ਮੁੱਦਿਆਂ ਦੀ ਸਿਆਸਤ ਕਰਦੇ ਨੇ ਤਾਂ ਚੰਗਾ ਹੁੰਦਾ ਕਿ ਦੂਸਰੇ ਆਪਣੇ ਸਿਆਸੀ ਮੁੱਦਿਆਂ ਦੇ ਨਾਲ ਨਾਲ ਉਹਨਾਂ ਦੇ ਮੁੱਦਿਆਂ ਨੂੰ ਵੀ ਤਰਜੀਹੀ ਆਧਾਰ 'ਤੇ ਲੈਂਦੇ। ਚਰਨਜੀਤ ਜੀ, ਇੱਕ ਪਾਸੇ ਪੰਜਾਬ ਦੇ ਲੀਡਰ ਨੇ ਜਿਹੜੇ ਕਿ ਆਪਣਾ ਬੋਲਣ ਨੂੰ ਤਿਆਰ ਨਹੀਂ ਨੇ,
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੰਬੇ ਸਮੇਂ ਦੀ ਚੁੱਪ ਨੂੰ ਜਿਹੜਾ ਹੈਗਾ ਤੋੜਦਿਆਂ ਇੱਕ ਵਾਰ ਫੇਰ ਖੇਤੀ ਕਾਨੂੰਨਾਂ ਨੂੰ ਜਿਹੜਾ ਹੈਗਾ ਕਿਸਾਨਾਂ ਲਈ ਲਾਹੇਵੰਦ ਦੱਸਿਆ, ਕਿਸਾਨਾਂ ਲਈ ਜਿਹੜਾ ਹੈਗਾ ਦੱਸਿਆ ਵੀ ਕਿ ਕਿਸਾਨ ਪੱਖੀ ਨੇ। ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੇ ਖੇਤੀ ਕਾਨੂੰਨਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਭੰਡਿਆ ਵੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਅੰਦੋਲਨ ਨੂੰ ਚੱਲਦੇ ਨੂੰ 10 ਮਹੀਨੇ ਹੋ ਚੁੱਕੇ ਨੇ, 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ, ਉਸ ਦੇ ਬਾਵਜੂਦ ਹਲੇ ਵੀ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਵਜਿੱਦ ਨੇ। ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ? ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਓਪਨ ਮੈਗਜ਼ੀਨ ਦੇ ਵਿੱਚ ਇੱਕ ਬੜੀ ਡਿਟੇਲਡ ਜਿਹੜੀ ਹੈਗੀ ਆ ਉਹ ਇੰਟਰਵਿਊ ਦਿੱਤੀ ਹੈ, ਜਿਹਦੇ ਵਿੱਚ ਇਹ ਗੱਲਾਂ ਤੁਸੀਂ ਜਿਹੜੀਆਂ ਕਹਿ ਰਹੇ ਹੋ ਇਹ ਉਹਨਾਂ ਨੇ ਆਖੀਆਂ ਨੇ। ਜੀ। ਮੁੱਖ ਤੌਰ 'ਤੇ ਆਤਿਸ਼ ਉਹਨਾਂ ਨੇ 3 ਗੱਲਾਂ ਨੂੰ ਉਭਾਰਿਆ ਜਿਨ੍ਹਾਂ ਦਾ ਅਸੀਂ ਸਿਲਸਿਲੇਵਾਰ ਗੱਲ ਕਰ ਸਕਦੇ ਹੈਗੇ ਆ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਹੈਗੇ ਨੇ ਇਹਨਾਂ ਦੇ ਵਿੱਚ ਕਿਸਾਨਾਂ ਨੇ ਕੋਈ ਪੁਆਇੰਟ ਆਊਟ ਨਹੀਂ ਕੀਤਾ ਸਾਡੇ ਕੋਲ ਕਿ ਆਹ ਚੀਜ਼ਾਂ ਇਹਨਾਂ ਦੇ ਵਿੱਚ ਕਿਸਾਨ ਵਿਰੋਧੀ ਨੇ ਔਰ ਇਹਨਾਂ ਨੂੰ ਹਟਾਇਆ ਜਾਵੇ। ਜੀ। ਇਹ ਉਹਨਾਂ ਨੇ ਮੁੱਖ ਤੌਰ 'ਤੇ ਗੱਲ ਕਹੀ ਹੈਗੀ ਹੈ। ਪਰ ਦੂਸਰੀ ਤਰਫ ਆਪਾਂ ਜੇ ਦੇਖੀਏ ਤਾਂ ਅਮਿਤ ਸ਼ਾਹ ਜਿਹੜੇ ਖੇਤੀ ਮੰਤਰੀ ਹੈ, ਨਰਿੰਦਰ ਤੋਮਰ ਜੀ, ਉਹ ਇਹ ਗੱਲ ਨੂੰ ਐਡਮਿਟ ਕਰ ਚੁੱਕੇ ਨੇ ਕਿ ਜਿਹੜੀਆਂ ਵੀ ਤੁਸੀਂ ਸੋਧਾਂ ਚਾਹੁੰਦੇ ਹੋ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ। ਬਿਲਕੁਲ। ਅਸੀਂ ਕਾਨੂੰਨਾਂ ਨੂੰ ਸਸਪੈਂਡ ਕਰਨ ਨੂੰ ਤਿਆਰ ਹਾਂ। ਅਗਰ ਇਹਦੇ ਵਿੱਚ ਕੋਈ ਖਾਮੀ ਨਹੀਂ ਤਾਂ ਫਿਰ ਅਮਿਤ ਸ਼ਾਹ ਐਡਮਿਟ ਕਿਉਂ ਕਰ ਰਹੇ ਨੇ, ਤੋਮਰ ਜੀ ਐਡਮਿਟ ਕਿਉਂ ਕਰ ਰਹੇ ਨੇ, ਔਰ ਪ੍ਰਧਾਨ ਮੰਤਰੀ ਬਿਲਕੁਲ ਉਲਟ ਬੋਲੀ ਬੋਲ ਰਹੇ ਨੇ। ਉਹਨਾਂ ਦੇ ਜਿਹੜੇ ਗ੍ਰਹਿ ਮੰਤਰੀ ਕੁਝ ਹੋਰ ਕਹਿ ਰਹੇ ਨੇ, ਐਗਰੀਕਲਚਰ ਮਿਨਿਸਟਰ ਕੁਝ ਹੋਰ ਕਹਿ ਰਹੇ ਨੇ, ਆਪ ਉਹ ਕਹਿ ਰਹੇ ਨੇ ਕਿ ਖੇਤੀ ਕਾਨੂੰਨਾਂ 'ਤੇ ਕਿਸਾਨ ਹੈ ਜਿਹੜੇ ਪੁਆਇੰਟ ਆਊਟ ਨਹੀਂ ਕਰ ਰਹੇ। ਇਹ ਵੱਡੀ ਗੱਲ ਹੈ। ਦੂਸਰੀ ਉਹਨਾਂ ਨੇ ਕਿਹਾ ਆਲੋਚਨਾ ਦੀ ਗੱਲ ਕਹੀ ਹੈ। ਉਹ ਕਹਿੰਦੇ ਕਿ ਸਾਨੂੰ ਆਲੋਚਨਾ ਵਾਲੇ ਬੰਦੇ ਨਹੀਂ ਲੱਭ ਲਏ, ਉਸਾਰੂ ਆਲੋਚਨਾ ਦੀ ਗੱਲ ਕਰਦੇ ਨੇ। ਉਹ ਕਹਿੰਦੇ ਵੀ ਮੈਂ ਬਹੁਤ ਲੱਭੇ, ਮੈਨੂੰ ਕੋਈ ਆਲੋਚਕ ਨਹੀਂ ਲੱਭਿਆ। ਕਹਿੰਦਾ ਆਲੋਚਨਾ ਜਿਹੜੀ ਉਹ ਵਿਕਾਸ ਲਈ ਇੱਕ ਰਾਹ ਬਣਦੀ ਹੈ, ਨਵਾਂ ਧੱਕਾ ਲਾਉਂਦੀ ਹੈ ਵਿਕਾਸ ਨੂੰ, ਉਹਦਾ ਫਾਇਦਾ ਹੁੰਦਾ ਹੈ। ਪਰ ਇਸੇ ਤਰ੍ਹਾਂ ਕਹਿੰਦੇ ਦੂਸ਼ਣਬਾਜ਼ੀ ਕਰਦੇ ਨੇ, ਆਲੋਚਨਾ ਵਾਲਾ ਸਾਨੂੰ ਕੋਈ ਲੱਭ ਨਹੀਂ ਰਿਹਾ। ਇਹ ਗੱਲ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਕਾਫੀ ਹੱਦ ਤੱਕ ਠੀਕ ਵੀ ਹੈ ਕਿ ਜਿਹੜੇ ਉਸਾਰੂ ਆਲੋਚਕ ਹੈ ਉਹ ਤਾਂ ਸਾਰੇ ਜੇਲ੍ਹਾਂ 'ਚ ਬੈਠੇ ਨੇ। ਲੇਖਕ ਨੇ, ਪੱਤਰਕਾਰ ਨੇ, ਬੁੱਧੀਜੀਵੀ ਨੇ ਜਿਨ੍ਹਾਂ ਨੇ ਉਸਾਰੂ ਆਲੋਚਨਾ ਕੀਤੀ ਪ੍ਰਧਾਨ ਮੰਤਰੀ ਦੀ, ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਧਰੋਹ ਦਾ ਜਾਂ ਭੀਮਾ ਕੋਰੇਗਾਂਵ ਵਾਲਾ ਇਸ਼ੂ ਸੀਗਾ ਉਹਦੇ ਵਿੱਚ ਜੇਲ੍ਹਾਂ ਦੇ ਵਿੱਚ ਪਾ ਦਿੱਤਾ। ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਵੀ ਬੋਲਿਆ ਹੁਣ ਤੱਕ ਜਿਹੜਾ ਅੰਕੜਾ ਆਇਆ ਉਹ 149 ਦੇ ਕਰੀਬ ਹੈ ਜਿਹੜੇ ਕੇਸ ਉਹਨਾਂ ਲੋਕਾਂ 'ਤੇ ਦਰਜ ਕੀਤੇ ਦੇਸ਼ ਧਰੋਹ ਦੇ, ਜਿਹੜੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲੇ, ਉਹਨੇ ਨੀਤੀਆਂ ਦੇ ਖਿਲਾਫ ਬੋਲੇ। 144 ਕੇਸ ਹੈ ਜਿਹੜੇ ਉਹ ਸਾਡੇ ਜਿਹੜੇ ਯੋਗੀ ਨੇ ਯੂਪੀ ਦੇ ਮੁੱਖ ਮੰਤਰੀ ਉਹਨਾਂ ਦੇ ਖਿਲਾਫ ਬੋਲਣ ਵਾਲਿਆਂ 'ਤੇ ਦਰਜ ਹੋਏ ਨੇ। ਜਿੰਨੇ ਵੀ ਆਲੋਚਨਾ ਕਰਨ ਵਾਲੇ ਤੁਸੀਂ ਪਰਚਾ ਦਰਜ ਕਰਦੇ ਹੋ। ਇੱਕ ਭੈ ਦੀ ਜਿਹੜੀ ਰਿਆਸਤ ਹੈ ਤੁਸੀਂ ਉਹ ਖੜੀ ਕਰ ਲਈ ਹੈ, ਫਿਰ ਤੁਸੀਂ ਕਹਿੰਦੇ ਹੋ ਕਿ ਆਲੋਚਕ ਸਾਨੂੰ ਲੱਭ ਨਹੀਂ ਰਹੇ। ਇੱਕ ਤਾਂ ਇਹ ਹੈ ਕੁਝ ਜੇਲ੍ਹਾਂ 'ਚ ਬੈਠੇ ਨੇ, ਬਾਕੀ ਜਿਹੜੇ ਤੁਹਾਡੇ ਆਲੋਚਕ ਨੇ ਉਸਾਰੂ ਆਲੋਚਨਾ ਕਰਨ ਵਾਲੇ ਉਹ ਤੁਹਾਡੇ ਸਿੰਘੂ ਔਰ ਟਿਕਰੂ ਬਾਰਡਰ 'ਤੇ ਬੈਠੇ ਨੇ, ਉਹ ਤੁਹਾਨੂੰ ਨਜ਼ਰ ਨਹੀਂ ਪੈ ਰਹੇ। ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਅੱਤਵਾਦੀ ਹੈ, ਇਹ ਮਾਓਵਾਦੀ ਹੈ, ਉਹਨਾਂ 'ਤੇ ਤੁਸੀਂ ਕੋਈ ਹੋਰ ਠੱਪਾ ਲਾ ਰਹੇ ਹੋ। ਅਤੇ ਦੂਸ਼ਣਬਾਜ਼ੀ ਵਾਲਿਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਫਿਰ ਤੁਹਾਨੂੰ ਨੈਚੁਰਲੀ ਸਾਡੇ ਪ੍ਰਧਾਨ ਮੰਤਰੀ ਨੂੰ ਜੇ ਉਹਨਾਂ ਦਾ ਪੈਮਾਨਾ ਇਹ ਹੈ ਤਾਂ ਉਹਨਾਂ ਨੂੰ ਆਲੋਚਕ ਬਿਲਕੁਲ ਨਹੀਂ ਲੱਭਣਗੇ। ਤਾਂ ਇਹ ਵੀ ਉਹਨਾਂ ਨੇ ਗੱਲ ਹੈ ਜਿਹੜੀ ਆਪਣੇ ਭਾਸ਼ਣ ਦੇ ਵਿੱਚ ਉਭਾਰੀ ਹੈ ਔਰ ਇਸ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਵੀ ਜਿਹੜਾ ਇਸ ਨੂੰ ਪ੍ਰਾਇਓਰਟੀ 'ਤੇ ਲਿਆ ਹੈਗਾ, ਕਿਹਾ ਹੈਗਾ। ਤਾਂ ਪ੍ਰਧਾਨ ਮੰਤਰੀ ਦੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਅਗਰ ਉਹ ਇੰਨੇ ਟਾਈਮ ਬਾਅਦ ਆਪਣਾ ਮੂੰਹ ਖੋਲ੍ਹਦੇ ਨੇ ਖੇਤੀ ਕਾਨੂੰਨਾਂ 'ਤੇ, ਫਿਰ ਵੀ ਉਹ ਇੱਕ ਅੜੀ ਸ਼ੋਅ ਕਰਦੇ ਨੇ। ਪਰ ਇਹਨਾਂ ਦੀ ਅੜੀ ਆਤਿਸ਼ ਉਹ ਬਾਹਰੀ ਤੌਰ 'ਤੇ ਹੈਗੀ ਹੈ, ਅੰਦਰੋਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਅੰਦਰ ਕੀ ਰਿਝ ਰਿਹਾ, ਕਿਉਂਕਿ ਅੱਗੇ ਚੋਣਾਂ ਹੈਗੀਆਂ ਨੇ। ਯੂਪੀ ਹੈ, ਯੂਪੀ ਉਹਨਾਂ ਲਈ ਵਕਾਰ ਦਾ ਸਵਾਲ ਹੈ। ਪੰਜਾਬ ਔਰ ਹਰਿਆਣਾ ਦੇ ਵਿੱਚੋਂ ਪਹਿਲਾਂ ਹੀ ਕਾਫੀ ਆਪਣੀ ਧਰਤੀ ਹੈ ਜਿਹੜੀ ਜ਼ਮੀਨ ਹੈ ਖੋ ਬੈਠੇ ਨੇ ਸਿਆਸੀ, ਅਤੇ ਉੱਥੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਵੱਡਾ ਜਿਹੜਾ ਹੈਗਾ ਉਹ ਧੱਕਾ ਲੱਗੇਗਾ। ਤਾਂ ਇਹਨਾਂ ਗੱਲਾਂ ਕਰਕੇ ਉਹ ਬਾਹਰੀ ਤੌਰ 'ਤੇ ਤਾਂ ਚਾਹੇ ਕਹਿ ਰਹੇ ਨੇ ਕਿ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ, ਪਰ ਅੰਦਰੋਂ ਜਿਹੜੀ ਭਾਜਪਾ ਸਰਕਾਰ ਹੈ ਉਹ ਪੂਰੀ ਤਰ੍ਹਾਂ ਹਿੱਲੀ ਹੋਈ ਹੈ। ਚਰਨਜੀਤ ਜੀ, ਜਿਸ ਤਰ੍ਹਾਂ ਅੱਜ ਆਪਾਂ ਕਿਸਾਨੀ ਦੀ ਗੱਲ ਕਰ ਰਹੇ ਹਾਂ, ਉਸੇ ਤਰ੍ਹਾਂ ਜੇਕਰ ਦੇਖੀਏ ਤਾਂ ਨਰਮਾ ਪੱਟੀ ਦੀ ਬੈਲਟ ਹੈ, ਉੱਥੇ ਸੁੰਡੀ ਕਰਕੇ ਬਹੁਤ ਜਿਹੜੀ ਫਸਲ ਹੈਗੀ ਆ ਉਹ ਬਰਬਾਦ ਹੋ ਚੁੱਕੀ ਹੈ, ਖਤਮ ਹੋ ਚੁੱਕੀ ਹੈ। ਅਤੇ ਕਿਸਾਨਾਂ ਨੂੰ ਜਿਹੜਾ ਹੈਗਾ ਖੁਦਕੁਸ਼ੀ ਦਾ ਜਿਹੜਾ ਰਾਹ ਹੈਗਾ ਉਹ ਵਰਤਣਾ ਪੈ ਰਿਹਾ। ਉੱਥੇ ਵੱਡੀ ਗਿਣਤੀ 'ਚ ਕਿਸਾਨ ਖੁਦਕੁਸ਼ੀਆਂ ਵੀ ਕਰ ਰਹੇ ਨੇ। ਅਜਿਹੀਆਂ ਖਬਰਾਂ ਹੁਣ ਤੱਕ ਸਾਹਮਣੇ ਆ ਰਹੀਆਂ, ਇਸ ਬਾਰੇ ਵੀ ਚਾਨਣਾ ਪਾਓ। ਦੇਖੋ, ਇਸ ਵਾਰ ਆਤਿਸ਼ ਕਾਟਨ ਬੈਲਟ ਦੇ ਵਿੱਚ ਤਕਰੀਬਨ ਹੋ ਗਏ ਨੇ 6 ਸਾਲ। ਉਦੋਂ ਵੀ ਪਹਿਲਾਂ ਇੱਕ ਅਲਾਮਤ ਆਈ ਸੀ, ਉਹਨੂੰ ਅਸੀਂ ਕਹਿੰਦੇ ਸੀ ਕਿ ਵਾਈਟ ਫਲਾਈ। ਉਦੋਂ ਪੂਰੀ ਦੀ ਪੂਰੀ ਫਸਲ ਹੈ ਜਿਹੜੀ ਕਾਟਨ ਬੈਲਟ ਦੀ ਤਬਾਹ ਹੋ ਗਈ ਸੀਗੀ। ਇਸ ਵਾਰ ਜਿਹੜੀ ਹੈਗੀ ਗੁਲਾਬੀ ਸੁੰਡੀ ਆਈ ਹੈ। ਗੁਲਾਬੀ ਸੁੰਡੀ ਆਉਣ ਨਾਲ ਜਿਹੜੀ ਕਿਸਾਨਾਂ ਨੂੰ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਫਸਲਾਂ ਵਾਹੁਣੀਆਂ ਪੈ ਰਹੀਆਂ ਨੇ, ਔਰ 5-6 ਕਿਸਾਨ ਹੈ ਜਿਹੜੇ ਪਿਛਲੇ 2 ਹਫ਼ਤਿਆਂ ਦੇ ਵਿੱਚੋਂ ਖੁਦਕੁਸ਼ੀ ਕਰ ਗਏ ਨੇ। ਇਹ ਵਰਤਾਰਾ ਜਿਹੜਾ ਕਾਫੀ ਗਲਤ ਹੈ। ਆਉਣ ਵਾਲੇ ਦਿਨਾਂ 'ਚ, ਕਿਉਂਕਿ
ਜਿਨ੍ਹਾਂ ਲੋਕਾਂ ਨੇ ਮੇਨ ਫਸਲ ਹੀ ਜਿਨ੍ਹਾਂ ਕੋਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਟੋਟਲੀ ਕਾਟਨ ਤੇ ਨਿਰਭਰ ਨੇ, ਉਹਨਾਂ ਲਈ ਕਾਫੀ ਇਹ ਔਖ ਵਾਲੀ ਗੱਲ ਹੈਗੀ ਹੈ। ਔਰ ਕਿਸਾਨਾਂ ਨੇ ਇਹਦੇ ਮਾਮਲੇ ਨੂੰ ਲੈ ਕੇ ਧਰਨੇ ਮੁਜ਼ਾਹਰੇ ਵੀ ਕੀਤੇ ਹੈਗੇ ਨੇ, ਔਰ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਸਰਕਾਰ ਵੀ ਫੀਲਡ ਦੇ ਵਿੱਚ ਗਈ ਹੈ, ਔਰ ਗਿਰਦਾਵਰੀ ਦਾ ਵੀ ਜਿਹੜਾ ਹੁਕਮ ਹੈ ਉਹ ਦਿੱਤਾ ਗਿਆ ਹੈ। ਇਹਦੇ ਨਾਲ ਸਾਡੀ ਸਰਕਾਰ ਜਿਹੜੀ ਦੂਸਰੀ ਆਪਣੇ ਕਹਿ ਲਈਏ ਆਪਾਂ ਆਪੋਜੀਸ਼ਨ ਪਾਰਟੀ ਸ਼੍ਰੋਮਣੀ ਅਕਾਲੀ ਦਲ, ਉਹਦੇ ਪ੍ਰਧਾਨ ਸੁਖਬੀਰ ਬਾਦਲ ਵੀ ਫੀਲਡ ਦੇ ਵਿੱਚ ਗਏ ਨੇ, ਔਰ ਅੱਜ ਬਠਿੰਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਹੁਤ ਵੱਡਾ ਮੁਜ਼ਾਹਰਾ ਵੀ ਕੀਤਾ, ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹ ਵੀ ਸਟੇਜ ਤੇ ਆਏ ਨੇ। ਉਹ ਵੀ ਕਾਫੀ ਟਾਈਮ ਬਾਅਦ ਆਪਣੇ ਘਰ ਤੋਂ ਜਿਹੜੇ ਹੈਗੇ ਨੇ ਨਿਕਲੇ ਨੇ। ਹੁਣ ਇਸ ਤੋਂ ਲੱਗਦਾ ਹੈ ਕਿ ਚੋਣਾਂ ਜਿਹੜੀਆਂ ਉਹ ਹੁਣ ਬਹੁਤੀਆਂ ਦੂਰ ਨਹੀਂ, ਔਰ ਮੈਦਾਨ ਭਖੇਗਾ। ਔਰ ਅਕਾਲੀ ਦਲ ਨੇ ਕਿਹਾ ਹੈ ਕਿ ਜਿਹੜੇ ਜਿਨ੍ਹਾਂ ਦੀ ਫਸਲ ਅੱਜ ਬਰਬਾਦ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜਿਹੜੇ ਸੁਸਾਈਡ ਕਰ ਗਏ ਨੇ ਕਿਸਾਨ ਉਹਨਾਂ ਨੂੰ ਵੀ ਜਿਹੜੀ ਵਿੱਤੀ ਮਦਦ ਦਿੱਤੀ ਜਾਵੇ। ਤਾਂ ਅਸੀਂ ਵੀ ਚੇਤੇ ਕਰਾਉਣਾ ਚਾਹੁੰਦੇ ਕਿ ਪਹਿਲਾਂ ਚਲੋ ਹੁਣ ਵੀ ਅਲਾਮਤ ਪਈ ਹੈ, ਹੁਣ ਗੁਲਾਬੀ ਸੁੰਡੀ ਪਈ ਹੈ। ਤਾਂ ਜਦੋਂ ਅਕਾਲੀਆਂ ਦੀ ਗੱਠਜੋੜ ਦੀ ਸਰਕਾਰ ਸੀ, ਉਦੋਂ ਜਥੇਦਾਰ ਤੋਤਾ ਸਿੰਘ ਜੀ ਜਿਹੜੇ ਖੇਤੀ ਮੰਤਰੀ ਹੁੰਦੇ ਸੀ, ਉਦੋਂ ਜਿਹੜੀ ਹੈਗੀ ਹੈ ਚਿੱਟੀ ਮੱਖੀ ਪਈ ਸੀ, ਅਤੇ ਉਦੋਂ 2300 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਟੋਟਲ ਫਸਲ ਹੈ ਜਿਹੜੀ ਰਾਖ ਹੋ ਗਈ ਸੀਗੀ। 2300 ਕਰੋੜ ਦਾ ਨੁਕਸਾਨ ਦੀ ਭਰਪਾਈ ਦੇ ਬਦਲੇ ਵਿੱਚ ਉਸ ਟਾਈਮ ਦੀ ਸਰਕਾਰ ਨੇ 643 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀ, ਔਰ ਉਹਦੇ ਵਿੱਚੋਂ ਵੀ ਮੁਆਵਜ਼ਾ ਬਹੁਤ ਸਾਰੇ ਉਹ ਲੋਕ ਲੈ ਗਏ ਸੀ ਜਿਨ੍ਹਾਂ ਨੇ ਝੋਨੇ ਦੀ ਬਜਾਂਦ ਕੀਤੀ ਸੀ। ਜਿਹੜੇ ਅਸਲੀ ਹੱਕਦਾਰ ਹੈ ਉਦੋਂ ਵੀ ਰਹਿ ਗਏ ਸੀ, ਪਰ ਅਸੀਂ ਉਦੋਂ ਵੀ ਇਸ ਗੱਲ ਨੂੰ ਭੰਡਿਆ ਸੀ, ਇਸ ਦੀ ਆਲੋਚਨਾ ਕੀਤੀ ਸੀ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਮੁਆਵਜ਼ੇ ਦੀ ਠੀਕ ਵੰਡ ਹੋਣੀ ਚਾਹੀਦੀ ਹੈ, ਔਰ ਜਿਨ੍ਹਾਂ ਦੀ ਫਸਲ ਨੁਕਸਾਨੀ ਗਈ ਹੈ ਉਹਨਾਂ ਨੂੰ ਵਿੱਤੀ ਮਦਦ ਮਿਲਣੀ ਚਾਹੀਦੀ ਹੈ। ਅੱਜ ਵੀ ਅਸੀਂ ਉਹੀ ਗੱਲ ਆਪਣੀ ਦੁਹਰਾਉਂਦੇ ਹਾਂ ਕਿ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਸਰਕਾਰ ਨੂੰ ਚਾਹੀਦਾ ਹੈ ਕਿ ਬਾਕੀ ਗੱਲਾਂ ਨੂੰ ਛੱਡ ਕੇ ਪ੍ਰਾਇਓਰਟੀ 'ਤੇ ਜਿਹੜੀ ਗਿਰਦਾਵਰੀ ਕੀਤੀ ਜਾਵੇ, ਔਰ ਗਿਰਦਾਵਰੀ ਕਰਨ ਤੋਂ ਬਾਅਦ ਜਿੰਨਾ ਨੁਕਸਾਨ ਬਣਦਾ ਹੈ, ਇਹ ਨਹੀਂ ਕਿ ਜਿਹੜਾ ਪੈਮਾਨੇ 'ਚ ਬਣਦਾ ਹੈਗਾ, ਜਿੰਨਾ ਬਣਦਾ ਐਕਚੁਅਲੀ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ। ਕਿਉਂਕਿ ਕਿਸਾਨਾਂ ਦੀ ਜਿਹੜੀ ਲਾਗਤ ਖਰਚੇ ਹੈ, ਕਿਉਂਕਿ ਪਹਿਲਾਂ ਇਹ ਨਹੀਂ ਕਿ ਕਿਸਾਨ ਬਾਹਤੀ ਫਸਲ, ਉਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੀਆਂ ਕੀਟਨਾਸ਼ਕਾਂ ਦਾ ਜਿਹੜਾ ਛਿੜਕਾਅ ਵੀ ਕੀਤਾ, ਉਹਦੇ ਨਾਲ ਜਿਹੜੇ ਪ੍ਰਾਈਵੇਟ ਕੰਪਨੀਆਂ ਇਹਦਾ ਫਾਇਦਾ ਵੀ ਉਠਾਇਆ, ਉਹਨਾਂ ਨੇ ਹੱਥ ਵੀ ਰੰਗੇ ਨੇ, ਉਹਨਾਂ ਦੇ ਇਨਪੁੱਟ ਹੈ ਜਿਹੜੀ ਖੇਤੀ ਦੀ ਉਹ ਵੀ ਵਧੀ ਹੈ। ਤਾਂ ਇਹ ਸਾਰੇ ਖਰਚਿਆਂ ਨੂੰ ਦੇਖਦੇ ਚੰਗੀ ਗੱਲ ਹੈ ਕਿ ਸਰਕਾਰ ਹੈ ਸਾਡੀ ਮੁਆਵਜ਼ੇ ਦਾ ਐਲਾਨ ਨਾ ਕਰੇ, ਬਲਕਿ ਉਹਨਾਂ ਦੇ ਹੱਥਾਂ ਤੱਕ ਪੁੱਜਦਾ ਕਰੇ। ਕਿਉਂਕਿ ਅੱਗੇ ਹੁਣ ਝੋਨੇ ਦੀ ਫਸਲ ਵੀ ਮੰਡੀਆਂ 'ਚ ਪਈ ਹੈ, ਔਰ ਸਾਡਾ ਕਾਟਨ ਦਾ ਜਿਹੜਾ ਕਿਸਾਨ ਹੈ ਉਹ ਵੀ ਇਸ ਤਰ੍ਹਾਂ ਦੀ ਵਿਪਤਾ ਦੇ ਵਿੱਚ ਫਸਿਆ ਹੋਇਆ ਹੈ। ਤਾਂ ਜਿੱਥੇ ਕਿਸਾਨ ਆਉਣ ਵਾਲੇ ਦਿਨ ਖੇਤਾਂ 'ਚ ਦਿਖਣਗੇ, ਝੋਨਾ ਵੱਢਣਗੇ, ਉੱਥੇ ਜਿਹੜੀਆਂ ਸਿਆਸੀ ਤਰ੍ਹਾਂ ਅਗਲੀਆਂ ਚੋਣਾਂ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜੀ ਸਿਆਸੀ ਵਾਢੀ ਹੈ ਉਹ ਕਰੀਏ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।